ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਸ਼ਕਲ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਸਥਾਨ ਤੇ ਲੜੀਵਾਰ ਰੂਪ ਦੇ ਵਿੱਚ ਸਤਿਗੁਰਾਂ ਦਾ ਦਸਵਾਂ ਸਰੂਪ, ਦਸਵਾਂ ਜਾਮਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦਾ ਪਵਿੱਤਰ ਲੜੀਵਾਰ ਇਤਿਹਾਸ ਚੱਲ ਰਿਹਾ ਹੈ। ਕੱਲ ਦੇ ਦੀਵਾਨ ਵਿੱਚ ਸਾਧ ਸੰਗਤ ਜੀ ਆਪਾਂ ਸਰਵਣ ਕੀਤਾ ਹੈ। ਮਹਾਰਾਜ ਸਾਹਿਬ ਜੀ ਸਾਬੋ ਕੀ ਤਲਵੰਡੀ ਤੋਂ ਚੱਲ ਕਰਕੇ ਭਾਈ ਕੇ ਚੱਕ ਨਗਰ ਦੇ ਵਿੱਚ ਸਤਿਗੁਰੂ ਜੀ ਪਹੁੰਚੇ ਹਨ। ਜੋ ਭਾਈ ਭਗਤੂ ਜੀ ਦੀ ਅੰਸ ਬੰਸ ਅੱਗੇ ਭਾਈ ਜੀਵਨ ਜੀ ਦੇ ਪੋਤਰੇ ਭਾਈ ਰਾਮ ਸਿੰਘ ਜੀ, ਉਹਨਾਂ ਦੇ ਨਗਰ ਦੇ ਵਿੱਚ ਮਹਾਰਾਜ ਸਾਹਿਬ ਜੀ ਪਹੁੰਚੇ ਹਨ। ਭਾਈ ਰਾਮ ਸਿੰਘ ਜੀ, ਭਾਈ ਫਤਿਹ ਸਿੰਘ ਜੀ, ਭਾਈ ਤਖਤੂ ਸਿੰਘ ਜੀ, ਭਾਈ ਬਖਤੂ ਸਿੰਘ ਜੀ ਆਦਿ। ਤਾਂ ਜਿਸ ਪ੍ਰਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਦਾ ਉਤਾਰਾ ਭਾਈ ਰਾਮ ਸਿੰਘ ਨੇ ਪਹਿਲਾਂ ਨਗਰ ਦੇ ਬਾਹਰ ਬੜੀ ਸੋਹਣੀ ਜਗ੍ਹਾ ਬਣਾਈ ਸੀ, ਜਲ ਛਿੜਕ ਕੇ ਥਾਂ ਠੰਡਾ ਕੀਤਾ, ਸਤਿਗੁਰੂ ਜੀ ਨੇ ਉੱਥੇ ਉਤਾਰਾ ਕੀਤਾ। ਫਿਰ ਭਾਈ ਰਾਮ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਘਰੇ ਵੀ ਜਲ ਪਾ ਕੇ ਘਰ ਨੂੰ ਵੀ ਪਵਿੱਤਰ ਕਰੋ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਉਹਦੇ ਘਰੇ ਗਏ। ਫਿਰ ਚੁਬਾਰੇ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਰਾਜ ਨਿਵਾਸਨ ਦਵਾਇਆ। ਉਹ ਲੱਕੜ ਦੀ ਪੌੜੀ ਸੀ, ਉਹਦੇ ਥਾਣੀ ਮਹਾਰਾਜ ਸਾਹਿਬ ਜੀ ਨੂੰ ਚੜਾਇਆ। ਤੇ ਦੂਸਰੇ ਪਾਸੇ ਜਿਹੜੇ ਦੂਜੇ ਭਰਾ ਸੀ ਮਤਰੇਈ ਮਾਂ ਦੇ, ਉਧਰ ਤੋਂ ਭਾਈ ਤਖਤੂ ਸਿੰਘ, ਭਾਈ ਬਖਤੂ ਸਿੰਘ, ਉਹਨਾਂ ਦੇ ਨਾਲ ਕੰਧ ਸਾਂਝੀ ਸੀ ਕਿ ਉਹਨਾਂ ਨੇ ਪੌੜੀ ਉਤਰਾ ਚੜਾਈ ਹੋਈ ਸੀ। ਤੇ ਮਹਾਰਾਜ ਦੇ ਉੱਤੇ ਚੜ ਕੇ ਵੇਖਿਆ ਕਿ ਤੋ ਇਧਰ ਲੱਕੜ ਦੀ ਪੌੜੀ ਸਾਣੀ ਸਾਨੂੰ ਉੱਤੇ ਚੜਾਇਆ ਹੈ ਤੇ ਦੂਸਰੇ ਪਾਸੇ ਦੂਜੀਆਂ ਪੌੜੀਆਂ ਹੈਗੀਆਂ। ਇਹ ਤੈਨੂੰ ਸ਼ਰੀਕਾ ਨਹੀਂ ਸੀ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਨਹੀਂ ਭਾਈ ਰਾਮ ਸਿੰਘ ਕਰਨਾ ਚਾਹੀਦਾ। ਤਾਂ ਐਸਾ ਸਾਧ ਸੰਗਤ ਜੀ ਮਹਾਰਾਜ ਨੇ ਉਪਦੇਸ਼ ਬਖਸ਼ਿਆ। ਤਾਂ ਰਾਤ ਦਾ ਸਮਾਂ ਸਤਿਗੁਰੂ ਜੀ ਨੇ ਭਾਈ ਰਾਮ ਸਿੰਘ ਦੇ ਉਹ ਕੱਚੇ ਚੁਬਾਰੇ ਦੇ ਵਿੱਚ ਬਤੀਤ ਕੀਤਾ, ਚੱਕ ਭਾਈ ਕੇ ਨਗਰ ਦੇ ਵਿੱਚ। ਇੱਥੋਂ ਅੱਗੇ ਲੜੀਵਾਰ ਮਾਤਾ ਚੱਲਦੀ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਰਾਤ ਦਾ ਸਮਾਂ ਜਿਸ ਵੇਲੇ ਹੋਇਆ ਤੇ ਸਤਿਗੁਰੂ ਜੀ ਨੇ ਰਾਤ ਉਸੇ ਚੁਬਾਰੇ ਦੇ ਵਿੱਚ ਵਿਸਰਾਮ ਕੀਤਾ ਹੈ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਸਾਹਿਬ ਜੀ ਨੇ ਹੇਠਾਂ ਉਤਰ ਕਰਕੇ ਅੰਮ੍ਰਿਤ ਵੇਲੇ ਦੀ ਕਿਰਿਆ ਕੀਤੀ ਹੈ, ਦਾਤਨ ਆਦਿ ਕੀਤੀ ਹੈ, ਸਰੀਰਕ ਕਿਰਿਆ ਸੋਧੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕੀਤਾ ਹੈ।
उस मौके से सतगुरु जी वो जड़ियाँ दूसरे घर दे विच मिट्टी दीयां पौड़ियां, क्योंकि मिट्टी का ही कोठा सी, कच्चा कोठा, कच्चा ही चुबारा, तो मिट्टी दीयां ही पौड़ियां चढ़ाइयां होईयां सी, कच्चियां पौड़ियां, मिट्टी का घर है कच्चा। तो कच्चियां पौड़ियां जो चढ़ाइयां होईयां सी, सतगुरु जी वो मिट्टी दीयां पौड़ियां थाणी सतगुरु जी हेठां उतरे। वो जिहड़े घर दे विच पौड़ियां सी ना, भाई बख्तू सिंह ते भाई तख्तू सिंह दा घर सी। भाई राम सिंह जी दे जो साध संगत जी दूसरी माता दे उधर तो ये दोवें भरा सन। तो इस तरीके दे नाल उन्हां ने फिर दोवां भरावां ने जदों जाणिया भी सतगुरु जी आए हन, भाई बख्तू सिंह ते भाई तख्तू सिंह जी ने दशमेश पातशाह जी वास्ते पलंघा ढा दिता, विछाउणा विछा दिता, ते महाराज साहिब जी ने प्यार दे विच प्रीत दे विच बेनती करके सतगुरु जी ने सोहणे पलंघे ते बिठाया है। सतगुरु जी पलंघे ते बैठे आ इन्हां दे घर दे विच, ते दोवां भरावां ने परिवार ने फिर भेटावां अर्पण कीतियां, सतगुरु जी नूं नमस्कार कीती। ये भाई बख्तू सिंह भाई तख्तू सिंह दे घर दे विच एक छोटा जिहा बालक सी, इन्हां दा छोटा जिहा बच्चा। जदों महाराज इन्हां दे घरे उत्तों इन्हां दीयां पौड़ियां थाणी उतरे ना, ते वो पलंघा डाया ते सतगुरु जी ने बेनती करके बिठाया, फिर भेटा अर्पण कीतियां, नमस्कार कीतियां। ते विहड़े दे विच छोटा जिहा बच्चा खेडदा फिरदा, वो छोटा जिहा बालक सी इन्हां दा, वो नेड़े आ गया है। जदों पलंघे दे नेड़े आया ते धन गुरु गोबिंद सिंह महाराज जी ने उस बालक नूं मोढियां ते चुक के अपनी गोदी विच बिठा लिया। दशमेश पातशाह जी ने छोटे जे बालक नूं अपनी गोद विच बिठाउणा कीता। भाई राम सिंह ने वेखिया, राम सिंह भी इधर ही आ गया, ते जदों वेखिया कि छोटे बालक ने महाराज साहिब जी की गोद प्राप्त की है, सतगुरु जी ने अपनी गोदी विच उन्हां दे बच्चे नूं बिठाया होया। उस नूं बैठिया होया वेख करके राम सिंह ने बालक नूं झिड़किया है कि हे बच्चिया, बालकिया, तू सतगुरु दसवें पातशाह जी का अदब नहीं रखिया है। तेरे तां वस्त्र सतगुरु जी के वस्त्रां दे नाल सोहणे नहीं चाहिए सी, क्योंकि तेरे वस्त्र मैले आ, सतगुरु जी के वस्त्र साफ आ, तां तेरे वस्त्र तां सतगुरां दे वस्त्रां दे नाल नहीं सी लगने चाहिए। हे बच्चिया, तू सतगुरु जी की गोदी विच बैठ के सतगुरु जी की नरादरी कर रहा है। धन गुरु गोबिंद सिंह महाराज जी ने भाई राम सिंह नूं रोकिया। महाराज कहन लगे, राम सिंह ना झिड़क बच्चे नूं, कुछ ना भाई। महाराज कहते भी बड़ा चंगा पुरख होवेगा, ये भी बहुत चंगा पुरख होवेगा, नाले सतगुरु जी सारियां नाल ही प्रेम प्यार करते हैं। ये तो आम है ना, संसारी दृष्टि है कि बच्चे के वस्त्र मैले है, पर सतगुरु सच्चे पातशाह के दया के घर महाराज से बड़ा लाड प्यार करते। तो सतगुरु कहन लगे, बच्चे नूं कुछ ना आख। नाले महाराज ने आप चुक के अपनी गोदी विच बिठाया। सतगुरु प्यार करते बालक नूं, कहन लगे भी बहुत महान पुरख होवेगा। उस मौके ते ये भाई बख्तू सिंह ते तख्तू सिंह ने एक घोड़े नूं शिंगार करके 100 रुपया इसे तरह वो अपने हथां विच ले लिया है। ये भाई राम सिंह जी ने एक घोड़ी जिहड़ी वो शिंगार करके 100 रुपया नाल ले करके ये जो भेटा है महाराज साहब जी के चरणों के उत्ते 100 रुपया भेंट किया।
ਨਮਸਕਾਰ ਕੀਤੀ ਹੈ, ਭੇਟਾ ਅਰਪਣ ਕੀਤੀ ਹੈ। ਖੁਸ਼ੀ ਕਰੇ ਮਨ ਬਾਸ਼ੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਖੁਸ਼ੀ ਕੀਤੀ ਇਹਨਾਂ ਦੇ ਉੱਤੇ ਤੇ ਮਨ ਬਾਸ਼ਤ ਫਲ ਬਖਸ਼ਿਆ ਹੈ। ਕਹਿ ਫਿਰ ਕਹਿ ਕਰਕੇ ਆਗਿਆ ਕਰਕੇ ਆਪਣਾ ਘੋੜਾ ਮੰਗਵਾ ਲਿਆ ਦਸ਼ਮੇਸ਼ ਪਾਤਸ਼ਾਹ ਜੀ ਨੇ। ਆਪਣੇ ਘੋੜੇ ਦੇ ਉੱਤੇ ਸਵਾਰ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਹ ਚੱਕ ਭਾਈ ਕੇ ਨਗਰ ਤੋਂ ਇਹਨਾਂ ਆਪਣੇ ਪਿਆਰਿਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਕੇ ਤੇ ਸਤਿਗੁਰੂ ਜੀ ਰਸਤੇ ਤੇ ਚੱਲ ਪਏ। ਕੁਝ ਗੋਹਾਂ ਦਾ ਪੈਂਡਾ ਤੈਅ ਕੀਤਾ, ਅੱਗੇ ਗਏ ਹਨ ਆਪਣੀਆਂ ਫੌਜਾਂ ਸਮੇਤ। ਅੱਗੇ ਰਸਤੇ ਦੇ ਵਿੱਚ ਭੁੱਚੋ ਪਿੰਡ ਆ ਗਿਆ ਸਾਧ ਸੰਗਤ, ਜੋ ਕੱਚੀ ਭੁੱਚੋ ਹੈ। ਜਿੰਨਾ ਭੁੱਚੋਆਂ ਦੇ ਵਿੱਚੋਂ ਉਹ ਛੋਟੀ ਭੁੱਚੋ ਜਿਹੜੀ ਕੱਚੀ ਭੁੱਚੋ ਜਿਸ ਨੂੰ ਕਹਿੰਦੇ ਹਨ, ਜਿਵੇਂ ਖੁਰਦ ਕਿਹਾ ਜਾਂਦਾ ਹੈ, ਉਹ ਇਸ ਤਰੀਕੇ ਨਾਲ ਉਹ ਕੱਚੀ ਭੁੱਚੋ ਨਾਮ ਦਾ ਜਿਹੜਾ ਨਗਰ ਹੈ ਉਹ ਆਇਆ ਹੈ ਕਿ ਉਹਦੇ ਨੇੜਿਓਂ ਦੀ ਲੰਗਰ ਲੱਗੇ ਹਨ। ਉਹ ਨਗਰ ਤੋਂ ਬਾਹਰ ਇੱਕ ਤਲਾਅ ਜਲਦਾ ਵੇਖਿਆ ਮਹਾਰਾਜ ਸਾਹਿਬ ਜੀ ਨੇ। ਉਸ ਤਲਾਅ ਦੇ ਵਿੱਚ ਪਾਣੀ ਤੇ ਹੈ ਸੀ ਕੁਝ, ਪਰ ਮੈਲਾ ਜਿਹਾ ਪਾਣੀ ਸੀ। ਆਪਣੇ ਘੋੜੇ ਨੂੰ ਪਿਆਸ ਲੱਗੀ ਵੇਖੀ ਹੈ ਪਰਮੇਸ਼ਰ ਸਰੂਪ ਸਤਿਗੁਰੂ ਜੀ ਨੇ। ਸਤਿਗੁਰੂ ਸਾਹਿਬ ਜੀ ਨੇ ਘੋੜੇ ਨੂੰ ਅੱਡੀ ਲਾਈ ਅਤੇ ਅੱਗੇ ਕੀਤਾ ਹੈ ਕਿ ਉਸ ਤਲਾਅ ਦੇ ਵਿੱਚ ਜਾ ਕਰਕੇ ਜਲ ਛਕ ਲਵੇ। ਇਸ ਤਰ੍ਹਾਂ ਘੋੜੇ ਨੂੰ ਅੱਗੇ ਪ੍ਰਵੇਸ਼ ਕੀਤਾ ਹੈ ਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਘੋੜੇ ਦੀਆਂ ਲਗਾਮਾਂ ਢਿੱਲੀਆਂ ਕੀਤੀਆਂ ਕਿ ਆਪਣੀ ਧੌਣ ਹੇਠਾਂ ਕਰਕੇ ਤੇ ਪਾਣੀ ਪੀ ਲਵੇ ਤਲਾਅ ਦੇ ਵਿੱਚੋਂ। ਪਰ ਉਹ ਘੋੜੇ ਨੇ ਪਾਣੀ ਸੁੰਘ ਕੇ ਛੱਡ ਦਿੱਤਾ। ਪਾਣੀ ਪੀਤਾ ਨਹੀਂ ਹੈ, ਪਾਣੀ ਨੂੰ ਕਹਿੰਦੇ ਪਛਾਣਿਆ ਹੈ ਘੋੜੇ ਨੇ। ਜਦੋਂ ਘੋੜੇ ਨੇ ਪਾਣੀ ਨੂੰ ਮੂੰਹ ਲਾ ਕੇ ਦੂਰੋਂ ਹੀ ਸੁੰਘ ਕੇ ਛੱਡ ਦਿੱਤਾ ਨਾ, ਘੁੱਟ ਵੀ ਨਹੀਂ ਭਰੀ ਪਾਣੀ ਤੇ ਸੁਭਾਏਮਾਨ ਮੁਖ ਤੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਖਿਆ, ਮਹਾਰਾਜ ਕਹਿੰਦੇ ਇਸ ਨਗਰ ਵਿੱਚ ਇੱਕ ਮਸੰਦ ਰਹਿੰਦਾ ਨਾ ਸਾਡਾ, ਉਸ ਮਸੰਦ ਦੀ ਬਦਬੂ ਪਈ ਹੋਈ ਹੈ ਇਸ ਤਲਾਅ ਦੇ ਵਿੱਚ। ਉਹਦੇ ਘਰ ਦੇ ਵਿੱਚੋਂ ਉਹਦੇ ਨਗੁਰੇ ਪੁਣੇ ਦੀ ਬਦਬੂ ਬਾਹਰ ਆਈ ਆ, ਉਹਦੇ ਘਰ ਤੋਂ ਬਾਹਰ, ਤੇ ਉਹ ਇੱਥੋਂ ਇਸ ਤਲਾਅ ਦੀ ਆ ਗਈ ਉਹਦੀ ਬਦਬੂ, ਉਹ ਨਗੁਰੇ ਮਸੰਦ ਦੀ। ਤਾਂ ਸਤਿਗੁਰੂ ਕਹਿੰਦੇ ਉਸ ਦੇ ਨਗੁਰੇ ਪੁਣੇ ਦੀ ਬਦਬੂ ਮਸੰਦ ਦੀ ਦਿਆਲ ਦਾਸ ਦੀ ਇੱਥੇ ਆਈ ਹੈ। ਇਸ ਕਰਕੇ ਸਾਡੀ ਅਸਵਾਰੀ ਵਾਲਾ ਇਹ ਘੋੜਾ ਹੈ ਤੇ ਇਹਨੇ ਜਲ ਨਹੀਂ ਛਕਿਆ। ਇਹਨੂੰ ਸੋਝੀ ਆ ਵੀ ਇਹ ਨਗੁਰੇ ਦਿਆਲ ਦਾਸ ਦੇ, ਇਹ ਨਗੁਰੇ ਪੁਣੇ ਦੀ ਜੂਠ ਵਾਲਾ ਤਲਾਅ ਹੈ, ਇੱਥੋਂ ਮਵੀ ਨਹੀਂ ਪਾਣੀ ਪੀਣਾ। ਜਿਸ ਦਿਆਲ ਦਾਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਮੰਨ ਕੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਨਾ ਛਕਿਆ, ਕਿ ਉਸ ਨਗੁਰੇ ਦਿਆਲ ਦਾਸ ਦੇ ਤਲਾਅ ਦਾ ਪਾਣੀ ਮੈਂ ਕਿਉਂ ਪੀਵਾਂ? ਪਿਆਸਾ ਤੇ ਰਹਿ ਜਾਊਂਗਾ ਪਰ ਪਾਣੀ ਨਹੀਂ ਪੀਣਾ ਇਸ ਤਲਾਅ ਦਾ। ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਿੰਘੋ, ਇਹ ਸਾਡੇ ਘੋੜੇ ਨੂੰ ਵੀ ਸੋਝੀ ਆ ਵੀ ਇੱਥੇ ਮਸੰਦ ਦੀ ਬਦਬੂ ਆ ਨਗੁਰੇ ਪੁਣੇ ਦੀ, ਇਸ ਕਰਕੇ ਸਾਡੇ ਘੋੜੇ ਨੇ ਜਲ ਨਹੀਂ ਛਕਿਆ। ਉਸ ਨਗਰ ਦੇ ਵਿੱਚ ਸਿੱਖ ਨੂੰ ਉਸ ਮੌਕੇ ਤੇ ਭੇਜਿਆ ਤੇ ਉਹ ਜਾ ਕਰਕੇ ਉਸ ਸਿੱਖ ਨੇ ਦਿਆਲ ਦਾਸ ਦਾ ਘਰ ਵੇਖਿਆ ਹੈ। ਉਹਨੇ ਨਿਸ਼ਚਾ ਕੀਤਾ ਵੀ ਇਸੇ ਨਗਰ ਵਿੱਚ ਹੀ ਦਿਆਲ ਦਾਸ ਰਹਿੰਦਾ ਹੈ। ਇਹ ਵੀ ਭਾਈ ਭਗਤੂ ਦੀ ਬੰਸ ਵਿੱਚੋਂ ਹੀ ਸੀ ਦਿਆਲ ਦਾਸ। ਇਹਨੂੰ ਵੀ ਸਾਬੋ ਕੀ ਤਲਵੰਡੀ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਸੀ, ਸਤਿਗੁਰੂ ਜੀ ਨੇ ਆਖਿਆ ਸੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਦਿਆਲ ਦਾਸ ਤੋਂ ਦਿਆਲ ਸਿੰਘ ਬਣ ਜਾ। ਪਰ ਇਹਨੇ ਆਖਿਆ ਮਹਾਰਾਜ ਵੱਡੇ ਵਡੇਰੇ ਵੀ ਇਸੇ ਤਰ੍ਹਾਂ ਹੀ ਰਹਿੰਦੇ ਰਹੇ ਆ, ਤੇ ਇਸ ਕਰਕੇ ਮੈਂ ਵੀ ਅੰਮ੍ਰਿਤ ਤੋਂ ਬਿਨਾਂ ਹੀ ਸਿੱਖ ਰਵਾਂਗਾ, ਤੁਹਾਡਾ ਇਸੇ ਤਰ੍ਹਾਂ ਹੀ ਮੇਰੇ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਨਹੀਂ ਅੰਮ੍ਰਿਤ ਛਕਣਾ ਪੈਣਾ, ਪਰ ਇਹਨੇ ਬਚਨ ਨਹੀਂ ਸੀ ਮੰਨਿਆ। ਇਸ ਕਰਕੇ ਉਸ ਦਿਨ ਤੋਂ ਮਹਾਰਾਜ ਸਾਹਿਬ ਜੀ ਇਹਨੂੰ ਬੁਲਾਉਂਦੇ ਨਹੀਂ ਸੀ। ਇਹ ਦਿਆਲ ਦਾਸ ਇਹ ਬਾਅਦ ਵਿੱਚ ਵੀ ਸਾਬੋ ਕੀ ਤਲਵੰਡੀ ਆਉਂਦਾ ਰਿਹਾ ਤੇ ਮਹਾਰਾਜ ਨਹੀਂ ਇਹਨੂੰ ਬੁਲਾਉਂਦੇ ਰਹੇ। ਇਹ ਚੱਕ ਭਾਈ ਕੇ ਨਗਰ ਵਿੱਚ ਵੀ ਆਇਆ ਸੀ। ਇਹਨੇ ਜਦੋਂ ਨਮਸਕਾਰ ਕੀਤੀ, ਭਾਈ ਰਾਮ ਸਿੰਘ ਨੇ ਦੱਸਿਆ ਸੀ, ਪਿਛਲੇ ਪ੍ਰਸੰਗ ਵਿੱਚ ਆਪਾਂ ਸੁਣਿਆ ਕਿ ਮਹਾਰਾਜ ਇਹ ਵੀ ਆਪ ਇਸੇ ਬਾੜੀ ਦਾ ਹੀ ਫੁੱਲ ਹੈ।
ਪਰ ਸਤਿਗੁਰੂ ਜੀ ਨੇ ਇਹਦੇ ਵੱਲੇ ਰੋਕ ਹੀ ਨਹੀਂ ਸੀ ਕੀਤਾ, ਧਿਆਨ ਹੀ ਨਹੀਂ ਸੀ ਕੀਤਾ। ਤਾਂ ਇੱਥੇ ਹੁਣ ਉਹ ਸਿੱਖ ਨੇ ਜਾ ਕੇ ਨਿਸ਼ਚਾ ਕੀਤਾ ਵੀ ਇਹ ਦਿਆਲਦਾਸ ਦਾ ਹੀ ਨਗਰ ਹੈ। ਉਹ ਬੈਠਾ ਹੋਇਆ ਸੀ, ਆ ਕਰਕੇ ਉਸਨੇ ਕਿਹਾ ਉਸ ਵੇਲੇ ਤਾਂ ਸਿੱਖ ਨੇ ਉਹ ਸਾਰਾ ਵੇਖ ਕਰਕੇ ਨਾ ਮਹਾਰਾਜ ਨੇ ਭੇਜਿਆ ਜਾ ਕੇ ਵੇਖ ਕੇ ਇਹੋ ਹੀ ਨਗਰ ਆ ਦਿਆਲਦਾਸ ਮਸੰਦ ਦਾ। ਤੇ ਜਾ ਕੇ ਵੇਖਿਆ ਘਰੇ ਬੈਠਾ ਹੋਇਆ ਸੀ ਦਿਆਲਦਾਸ। ਸਿੱਖ ਨੇ ਵਾਪਸ ਮੁੜ ਕੇ ਸਾਰੇ ਸਿੰਘਾਂ ਨੂੰ ਦੱਸਿਆ ਮਹਾਰਾਜ ਦਿਆਲਦਾਸ ਦਾ ਹੀ ਨਗਰ। ਤੇ ਸਿੱਖ ਦੀ ਬੇਨਤੀ ਸੁਣ ਕੇ ਸਾਰਿਆਂ ਨੇ ਨਿਸ਼ਚਾ ਕੀਤਾ ਵੀ ਮਹਾਰਾਜ ਨੇ ਜੋ ਪਹਿਲਾਂ ਬਚਨ ਕੀਤਾ ਸੀ ਨਾ ਵੀ ਦਿਆਲਦਾਸ ਮਸੰਦ ਦੀ ਗੁਰੇ ਪੁਣੇ ਦੀ ਬਦਬੂ ਪਈ ਆ ਤਲਾਬ ਵਿੱਚ, ਤਾਂ ਨਹੀਂ ਘੋੜੇ ਨੇ ਜਲ ਸਕਦਾ। ਇਸ ਗੱਲ ਉੱਤੇ ਸਾਰਿਆਂ ਨੇ ਯਕੀਨ ਕੀਤਾ, ਨਿਸ਼ਚਾ ਕੀਤਾ। ਜਦੋਂ ਉਸ ਦਿਆਲਦਾਸ ਨੂੰ ਪਤਾ ਲੱਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਦੀ ਲੰਘ ਰਹੇ ਆ ਤੇ ਬਾਰ-ਬਾਰ ਤਲਾਬ ਦੇ ਪਾਸ ਹਨ, ਤਾਂ ਛੇਤੀ ਨਾਲ ਚੱਲਿਆ ਆਪਣੇ ਘਰ ਨੂੰ ਛੱਡਦਾ ਹੋਇਆ ਭਾਵ ਕਾਹਲੀ ਨਾਲ ਤੁਰਿਆ ਹੈ। ਨਗਰ ਤੋਂ ਬਾਰ-ਬਾਰ ਜਾ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਿਆ ਤੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਹੱਥ ਜੋੜ ਕਰਕੇ ਬੇਨਤੀ ਕੀਤੀ ਦਿਆਲਦਾਸ ਨੇ, ਇਹ ਸੋਭਾ ਵਾਲੇ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਜੀ ਇੱਥੇ ਮੇਰੇ ਨਗਰ ਦੇ ਵਿੱਚ ਵੀ ਡੇਰਾ ਕਰੋ, ਮਹਾਰਾਜ ਮੇਰੇ ਘਰ ਵਿੱਚ ਵੀ ਪੜਾ ਕਰੋ। ਮਹਾਰਾਜ ਭਲੀ ਪ੍ਰਕਾਰ ਮੈਨੂੰ ਆਪਣਾ ਮੁੱਢ ਕਦੀਮ ਦਾ ਸੇਵਕ ਜਾਣੋ, ਆਪਣੇ ਘਰ ਦਾ ਚੇਲਾ ਜਾਣੋ। ਅਸੀਂ ਮੁੱਢ ਕਦੀਮ ਦੇ ਮਹਾਰਾਜ ਆਪ ਜੀ ਦੇ ਘਰ ਦੇ ਸੇਵਕ ਹਾਂ। ਸਾਡੇ ਵਡੇਰੇ ਭਾਈ ਆਦਮ ਜੀ ਨੇ ਚੌਥੇ ਪਾਤਸ਼ਾਹ ਦੀ ਸੇਵਾ ਕੀਤੀ। ਚੌਥੇ ਪਾਤਸ਼ਾਹ ਨੇ ਖੁਸ਼ ਹੋ ਕੇ ਭਗਤੀ ਦੀ ਅੰਸ਼ ਵਿੱਚੋਂ ਪੁੱਤਰ ਬਖਸ਼ਿਆ ਸੀ ਭਾਈ ਭਗਤੂ। ਮਹਾਰਾਜ ਉਹ ਭਾਈ ਭਗਤੂ ਜੀ ਦੀ ਅਸੀਂ ਅੰਸ਼ ਹਾਂ, ਭਾਈ ਆਦਮ ਜੀ ਦੀ। ਤੇ ਚੌਥੇ ਪਾਤਸ਼ਾਹ ਤੋਂ ਲੈ ਕਰਕੇ ਮਹਾਰਾਜ ਆਪ ਜੀ ਦੇ ਘਰ ਨਾਲ ਸਾਡੀ ਸਾਂਝ ਹੈ। ਅਸੀਂ ਮੁੱਢ ਕਦੀਮ ਦੇ ਸੇਵਕ ਹਾਂ ਆਪ ਜੀ ਦੇ। ਇਹਦੀ ਬੇਨਤੀ ਸੁਣ ਕੇ ਸੁਭਾਏਮਾਨ ਮੁਖ ਤੋਂ ਬਚਨ ਕੀਤਾ ਦਸ਼ਮੇਸ਼ ਪਾਤਸ਼ਾਹ ਜੀ ਨੇ। ਮਹਾਰਾਜ ਜੀ ਨੂੰ ਟਾਲ ਦਿੱਤਾ ਕਿਉਂਕਿ ਨਾਰਾਜ਼ਗੀ ਇਹਦੇ ਨਾਲ। ਸਤਿਗੁਰੂ ਕਹਿਣ ਲੱਗੇ ਨਹੀਂ ਇੱਥੇ ਪੜਾ ਨਹੀਂ ਕਰਨਾ, ਅਗਲੇ ਪਿੰਡ ਭਾਗੂ ਪਿੰਡ ਜਾ ਕੇ ਪੜਾ ਕਰਾਂਗੇ। ਅੱਗੇ ਭਾਗੂ ਪਿੰਡ ਹੈ ਤੇ ਭਾਗੂ ਪਿੰਡ ਜਾ ਕੇ ਡੇਰਾ ਕਰਾਂਗੇ। ਇਹ ਬਜ਼ੁਰਗ ਸੀ ਦਿਆਲਦਾਸ, ਵਡੇਰੀ ਉਮਰ ਸੀ ਦਿਆਲਦਾਸ ਦੀ, ਬਜ਼ੁਰਗ ਉਮਰ। ਤਾਂ ਉਸ ਵੇਲੇ ਬਿਰਧ ਦਿਆਲਦਾਸ ਨੇ ਜਾਣਿਆ ਕਿ ਮਹਾਰਾਜ ਨਹੀਂ ਇੱਥੇ ਡੇਰਾ ਕਰ ਰਹੇ। ਇਹਨੇ ਫੇਰ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਖੁੱਲਾ ਲੰਗਰ ਤਿਆਰ ਕੀਤਾ ਹੈ ਆਪ ਜੀ ਦੀ ਸਮੂਹ ਸੰਗਤ ਵਾਸਤੇ, ਸਾਰੀ ਫੌਜ ਵਾਸਤੇ, ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੀ ਖੁੱਲੀਆਂ ਤਿਆਰ ਕੀਤੀਆਂ ਹਨ। ਮਹਾਰਾਜ ਇੱਥੇ ਪੜਾ ਕਰਕੇ ਆਪ ਜੀ ਵੀ ਭੋਜਨ ਛਕੋ, ਸਾਰੀ ਫੌਜ ਨੂੰ ਵੀ ਸੱਚੇ ਪਾਤਸ਼ਾਹ ਜੀ ਲੰਗਰ ਪਾਣੀ ਵਰਤਾਉਣਾ ਕਰੋ। ਆਪਣੇ ਪਵਿੱਤਰ ਚਰਨ ਮਹਾਰਾਜ ਪਾ ਕਰਕੇ ਘਰ ਦੇ ਵਿੱਚ ਮੇਰਾ ਘਰ ਵੀ ਪਵਿੱਤਰ ਕਰ ਦਿਓ। ਫਿਰ ਸਤਿਗੁਰੂ ਜੀ ਨੇ ਬਚਨ ਕੀਤਾ, ਨਹੀਂ ਦਿਆਲਦਾਸ ਇੱਥੇ ਹੁਣ ਅਸੀਂ ਪੜਾ ਨਹੀਂ ਕਰ ਸਕਦੇ, ਇੱਥੇ ਸਾਡਾ ਉਤਰਨਾ ਨਹੀਂ ਬਣ ਸਕਦਾ। ਕਿਉਂਕਿ ਹੁਣ ਸਵੇਰਾ ਇਸ ਕਰਕੇ ਬਾਅਦ ਵਿੱਚ ਧੁੱਪ ਜ਼ਿਆਦਾ ਚੜ ਜਾਣੀ ਆ ਤੇ ਅਸੀਂ ਜ਼ਿਆਦਾ ਧੁੱਪ ਚੜ੍ਹਨ ਤੋਂ ਪਹਿਲਾਂ ਅਗਲੇ ਪਿੰਡ ਜਾ ਕੇ ਪੜਾ ਕਰਨਾ, ਅੱਗੇ ਜਾ ਕੇ ਪੜਾ ਕਰਾਂਗੇ। ਧੁੱਪ ਤਾਂ ਸਾਧ ਸੰਗਤ ਮਹਾਰਾਜ ਨੂੰ ਕੀ ਕਹਿੰਦੀ ਹੈ, ਪਰ ਗਰੀਬ ਨਵਾਜ ਸਾਹਿਬ ਜੀ ਦਿਆਲਦਾਸ ਦੇ ਲੰਗਰ ਪ੍ਰਵਾਨ ਹੀ ਨਹੀਂ ਕਰਨਾ ਚਾਹੁੰਦੇ। ਸਤਿਗੁਰੂ ਜੀ ਇੱਥੇ ਪੜਾ ਹੀ ਨਹੀਂ ਕਰਨਾ ਚਾਹੁੰਦੇ ਵੀ ਇਹਨੇ ਸਾਡਾ ਬਚਨ ਨਹੀਂ ਮੰਨਿਆ, ਇਹਨੇ ਅੰਮ੍ਰਿਤ ਨਹੀਂ ਛਕਿਆ, ਇਸ ਕਰਕੇ ਇੱਥੇ ਪੜਾ ਨਹੀਂ ਕਰਨਾ। ਸਤਿਗੁਰੂ ਜੀ ਨੇ ਬਹਾਨਾ ਇਸ ਤਰੀਕੇ ਨਾਲ ਕਹਿ ਦਿੱਤਾ ਵੀ ਨਹੀਂ ਧੁੱਪ ਜ਼ਿਆਦੀ ਆ, ਇਸ ਕਰਕੇ ਅੱਗੇ ਜਾ ਕੇ ਪੜਾ ਕਰਾਂਗੇ, ਬਾਅਦ ਚ ਗਰਮੀ ਜ਼ਿਆਦੀ ਹੋ ਜਾਣੀ, ਧੁੱਪ ਚੜ ਜਾਣੀ ਹੈ। ਇਸ ਤਰ੍ਹਾਂ ਕਹਿ ਕਰਕੇ ਅੱਗੇ ਮਹਾਰਾਜ ਨੇ ਚਾਲੇ ਪਾ ਦਿੱਤੇ। ਦਿਆਲਦਾਸ ਤੋਂ ਨਾ ਇਹਦਾ ਲੰਗਰ ਲਿਆ ਤੇ ਨਾ ਇਹਨੂੰ ਕੋਈ ਪ੍ਰਸ਼ਾਦ ਦਿੱਤਾ, ਕੋਈ ਬਖਸ਼ਿਸ਼ ਵੀ ਇਹਨੂੰ ਨਹੀਂ ਦਿੱਤੀ। ਉਸ ਵੇਲੇ ਰਾਮ ਸਿੰਘ ਨੇ ਫਿਰ ਇਹਦੇ ਨਾਲ ਗੱਲਬਾਤ ਕੀਤੀ ਹੈ, ਭਾਈ ਦਿਆਲਦਾਸ ਦੇ ਨਾਲ ਬਚਨ ਕੀਤਾ ਰਾਮ ਸਿੰਘ ਨੇ।
ਇਹ ਰਾਮ ਸਿੰਘ ਦਾ ਚਾਚਾ ਜੀ ਲੱਗਦਾ ਸੀ। ਰਾਮ ਸਿੰਘ ਨੇ ਆਖਿਆ ਵੀ ਚਾਚਾ ਜੀ ਹੁਣ ਇਸ ਤਰ੍ਹਾਂ ਯਤਨ ਕਰੋ, ਸਕਲ ਹਾਰ ਧਿਆਨ ਹੋਵੇ। ਇਹ ਸਾਰਾ ਜਿੰਨਾ ਵੀ ਇਹ ਭੋਜਨ ਹੈ ਨਾ, ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ ਤੇ ਹੋਰ ਦਾਲਾਂ ਭਾਜੀਆਂ ਬਣਾਈਆਂ, ਪ੍ਰਸ਼ਾਦੇ ਤਿਆਰ ਕੀਤੇ ਆ, ਇਹ ਸਾਰਾ ਕੁਝ ਹੀ ਉਪਰ ਸਕਲ ਰਾਤ ਸੋਏ। ਇਹ ਗੱਡਿਆਂ ਦੇ ਉੱਤੇ ਲੱਦ ਲਓ। ਸਾਰਾ ਕੁਝ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੀ ਗੱਡਿਆਂ ਤੇ ਲੱਦ ਲਓ, ਤੇ ਦਾਲਾਂ ਭਾਜੀਆਂ ਵੀ ਤੇ ਪ੍ਰਸ਼ਾਦੇ ਵੀ ਗੱਡਿਆਂ ਤੇ ਲੱਦ ਲਵੋ। ਗੌਰਵ ਸੰਤ ਸੰਤਾ ਧਰੈ। ਮਗਰ ਮਗਰ ਗੱਡੇ ਲਈ ਚੱਲੋ, ਤੇ ਜਦੋਂ ਸਤਿਗੁਰੂ ਜੀ ਖੁਸ਼ੀ ਕਰਨਗੇ, ਪ੍ਰਸੰਨਤਾ ਧਾਰਨਗੇ, ਫਿਰ ਜਦੋਂ ਖੁਸ਼ੀ ਕਰਨਗੇ ਤੇ ਫਿਰ ਇਹ ਦੇਗ ਲੰਗਰ ਲੈ ਲੈਣਗੇ, ਤੇ ਸਤਿਗੁਰੂ ਜੀ ਆਪਣੀ ਫੌਜ ਦੇ ਵਿੱਚ ਆਪਣੀਆਂ ਸੰਗਤਾਂ ਵਿੱਚ ਵੰਡ ਦੇਣਗੇ ਪ੍ਰਸ਼ਾਦ। ਕਿਉਂਕਿ ਸਤਿਗੁਰੂ ਜੀ ਦੀ ਵੱਡੀ ਨਾਰਾਜ਼ਗੀ ਹੈ ਚਾਚਾ ਜੀ ਤੁਹਾਡੇ ਨਾਲ, ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਬੇਰੁਖ ਕੀਤਾ ਹੋਇਆ ਹੈ ਆਪਣਾ ਸੁਭਾਅ। ਮਹਾਰਾਜ ਸਾਹਿਬ ਜੀ ਨੇ ਤੁਹਾਡੇ ਨਾਲ ਪ੍ਰੇਮ ਨਹੀਂ ਕੀਤਾ ਹੈ, ਕਿਉਂਕਿ ਮਗਰ ਚੱਲੇ ਚੱਲੋ, ਬੇਨਤੀ ਕਰੀ ਚੱਲੋ, ਜਿੱਥੇ ਕਿੱਥੇ ਮਹਾਰਾਜ ਬਖਸ਼ਣਗੇ ਉੱਥੇ ਆਪਣੇ ਆਪ ਨੂੰ ਬਖਸ਼ਾ ਲਿਓ। ਇਸ ਤਰ੍ਹਾਂ ਭਾਈ ਰਾਮ ਸਿੰਘ ਜੀ ਦੇ ਪਾਸੋਂ ਸੁਣ ਕਰਕੇ ਵਿਚਾਰ ਤੇ ਦਿਆਲ ਦਾਸ ਨੇ ਫਿਰ ਉਹ ਸਾਰਾ ਲੰਗਰ ਪਾਣੀ ਗੱਡਿਆਂ ਤੇ ਲਦਾ ਲਿਆ। ਇਸ ਤਰੀਕੇ ਦੇ ਨਾਲ ਸਾਰੀ ਤਿਆਰੀ ਕਰਕੇ ਤੇ ਨਾਲ ਹੀ ਗੱਡੇ ਤੋਰ ਦਿੱਤੇ ਪਿੱਛੇ। ਅੱਗੇ ਅੱਗੇ ਸੁੱਖਾਂ ਦੇ ਘਰ ਸਤਿਗੁਰੂ ਜੀ ਚੱਲੇ ਜਾ ਰਹੇ ਹਨ। ਤਾਂ ਮਹਾਰਾਜ ਸਾਹਿਬ ਜੀ ਨੇ ਉਹ ਭਾਗੂ ਨਗਰ ਦੇ ਵਿੱਚ ਜਾ ਕਰਕੇ ਡੇਰਾ ਕੀਤਾ, ਸੁੱਖਾਂ ਦੇ ਧਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਇਹ ਪਿੱਛੇ ਪਿੱਛੇ ਜਾ ਰਿਹਾ। ਇਹ ਦਿਆਲ ਦਾਸ ਦਾ ਲੰਗਰ ਉਦੋਂ ਪ੍ਰਵਾਨ ਹੋਇਆ ਸੀ ਜਦੋਂ ਫਿਰ ਇਹਨੇ ਬੇਨਤੀ ਕੀਤੀ ਜਾ ਕੇ ਕਿ ਮਹਾਰਾਜ ਮੈਨੂੰ ਬਖਸ਼ੋ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ। ਫਿਰ ਜਦੋਂ ਇਹਨੇ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛਕਿਆ ਸੀ, ਦਿਆਲ ਦਾਸ ਤੋਂ ਬਣਿਆ ਦਿਆਲ ਸਿੰਘ, ਤੇ ਫਿਰ ਮਹਾਰਾਜ ਨੇ ਆਖਿਆ ਸੀ ਲਿਆਓ ਹੁਣ ਲੰਗਰ। ਤੇ ਫਿਰ ਬੇਨਤੀ ਕੀਤੀ, ਮਹਾਰਾਜ ਹੁਣ ਤਾਂ ਬਹਿਆ ਹੋ ਗਿਆ। ਸਤਿਗੁਰੂ ਕਹਿੰਦੇ ਨਹੀਂ ਲਿਆਓ। ਜਦੋਂ ਲਿਆਂਦਾ, ਅਰਦਾਸ ਕਰਵਾਈ ਗੁਰੂ ਸਾਹਿਬ ਜੀ ਨੇ, ਤਾਂ ਉਸੇ ਵੇਲੇ ਦਾਲਾਂ ਦੇ ਵਿੱਚੋਂ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਭਾਫ ਆ ਰਹੀ ਸੀ ਜਿਵੇਂ ਹੁਣੇ ਚੁੱਲ੍ਹੇ ਤੋਂ ਲਾ ਕੇ ਰੱਖੀ ਹੋਵੇ। ਤੇ ਪ੍ਰਸ਼ਾਦੇ ਜਿਹੜੇ ਕੱਪੜੇ ਦੇ ਵਿੱਚ ਢੱਕੇ ਹੋਏ ਸੀ, ਕੱਢੇ ਹੋਏ ਸੀ, ਉਹ ਜਦੋਂ ਵੇਖੇ ਆ ਲਾ ਕੇ, ਉਹ ਬਹਿ ਪ੍ਰਸ਼ਾਦੇ ਵੀ ਇਸ ਤਰ੍ਹਾਂ ਸੀ ਜਿਵੇਂ ਲੋਹ ਤੋਂ ਲਾ ਕੇ ਹੁਣੇ ਹੀ ਤੱਤੇ ਤੱਤੇ ਰੱਖੇ ਹੋਣ। ਉਹਦੇ ਵਿੱਚੋਂ ਵੀ ਧੂੰਆਂ ਨਿਕਲਦਾ ਪਿਆ ਸੀ ਪ੍ਰਸ਼ਾਦਿਆਂ ਦੇ ਵਿੱਚੋਂ। ਤਾਂ ਫਿਰ ਉਹ ਸਾਰਾ ਲੰਗਰ ਮਹਾਰਾਜ ਨੇ ਪ੍ਰਵਾਨ ਵੀ ਕੀਤਾ ਸੀ, ਵਰਤਾਇਆ ਸੀ। ਪਰ ਉਦੋਂ ਪ੍ਰਵਾਨ ਹੋਇਆ ਸੀ ਜਦੋਂ ਦਿਆਲ ਦਾਸ ਨੇ ਅੰਮ੍ਰਿਤ ਛਕ ਕੇ ਦਿਆਲ ਸਿੰਘ ਬਣਨਾ ਕੀਤਾ। ਦੇਖੋ ਜਿਹੜਾ ਗੁਰੂ ਘਰ ਦੇ ਨਾਲ ਮੁੱਢ ਕਦੀਮੀ ਕਈ ਪੀੜ੍ਹੀਆਂ ਤੋਂ ਚੌਥੇ ਪਾਤਸ਼ਾਹ ਤੋਂ ਪਰਿਵਾਰ ਜੁੜਿਆ ਹੋਇਆ ਸੀ, ਜੇ ਗੁਰੂ ਕਾ ਬਚਨ ਮੰਨ ਕੇ ਅੰਮ੍ਰਿਤ ਨਹੀਂ ਛਕਿਆ ਤੇ ਗੁਰੂ ਸਾਹਿਬ ਜੀ ਨੇ ਪ੍ਰਵਾਨ ਨਹੀਂ ਕੀਤਾ, ਨਾ ਉਹਦੇ ਘਰ ਦੇ ਵਿੱਚ ਚਰਨ ਪਾਏ, ਨਾ ਉਹਦੇ ਨਗਰ ਦੇ ਵਿੱਚ। ਆਪ ਤਾਂ ਕੀ ਮਹਾਰਾਜ ਦੇ ਘੋੜੇ ਨੇ ਜਲ ਨਹੀਂ ਛਕਿਆ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਨੇ ਉਹਦੇ ਬੇਨਤੀ ਕਰਨ ਤੋਂ ਦਿਆਲ ਦਾਸ ਦੇ ਉੱਥੇ ਪੜਾਵ ਨਹੀਂ ਕੀਤਾ। ਇਸ ਕਰਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਰਿਆਦਾ ਕਾਇਮ ਕੀਤੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹਰੇਕ ਗੁਰਸਿੱਖ ਵਾਸਤੇ ਅਤੀ ਜ਼ਰੂਰੀ ਹੈ, ਹਰੇਕ ਮਾਈ ਭਾਈ ਦੇ ਵਾਸਤੇ। ਇਹ ਗੁਰੂ ਦਾ ਹੁਕਮ ਹੈ ਦਸ਼ਮੇਸ਼ ਪਾਤਸ਼ਾਹ ਜੀ ਦਾ। ਔਰ ਸਾਧ ਸੰਗਤ ਜੀ, ਇਹ ਹਰੇਕ ਦੇ ਤਾਈ ਮਹਾਰਾਜ ਸਾਹਿਬ ਜੀ ਦੀ ਆਗਿਆ ਹੈ। ਤਾਂ ਗੁਰੂ ਕਾ ਅੰਮ੍ਰਿਤ ਛਕ ਕੇ ਪੰਜਾਂ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਕੀ ਸਿੱਖੀ ਦੀ ਰਹਿਤ ਮਰਿਆਦਾ ਵਿੱਚ ਤਿਆਰ ਪਰ ਤਿਆਰ ਹੋਣਾ ਚਾਹੀਦਾ ਹੈ। ਤਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੱਖਾਂ ਦੇ ਘਰ ਮਹਾਰਾਜ ਸਾਹਿਬ ਜੀ ਨੇ ਅੱਗੇ ਜਾ ਕੇ ਭਾਗੂ ਨਾਮ ਦੇ ਨਗਰ ਦੇ ਵਿੱਚ ਡੇਰਾ ਕੀਤਾ ਹੈ। ਇਹ ਰਾਤ ਇੱਥੇ ਬਤੀਤ ਕੀਤੀ ਇਸ ਨਗਰ ਦੇ ਵਿੱਚ, ਭਾਗੂ ਨਗਰ ਦੇ ਵਿੱਚ। ਸੋਭਾ ਵਾਲੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲਾ ਹੋਇਆ ਦਾਤਨ ਕੀਤੀ ਹੈ, ਸ਼ੌਚਾਚਾਰ ਕੀਤਾ ਹੈ, ਸਰੀਰ ਦੀ ਕਿਰਿਆ ਸੋਧਣ ਤੋਂ ਬਾਅਦ ਇਸ਼ਨਾਨ ਕੀਤਾ ਹੈ। ਫਿਰ ਮਹਾਰਾਜ ਬਠਿੰਡੇ ਦੇ ਕਿਲੇ ਵਿੱਚ ਚਲੇ ਗਏ ਦਸ਼ਮੇਸ਼ ਪਾਤਸ਼ਾਹ ਆਪਣੀਆਂ ਫੌਜਾਂ ਦੇ ਸਮੇਤ। ਜਿਹੜਾ ਬਠਿੰਡੇ ਸ਼ਹਿਰ ਦਾ ਕਿਲਾ ਹੈ ਨਾ,
ਉਹ ਬਠਿੰਡੇ ਦੇ ਕਿਲੇ ਨੂੰ ਜਾ ਕੇ ਮਹਾਰਾਜ ਨੇ ਵੇਖਿਆ, ਕਿਲੇ ਵਿੱਚ ਪ੍ਰਵੇਸ਼ ਕੀਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ। ਗੁਰੂ ਸਾਹਿਬ ਜੀ ਦੇ ਇਹ ਸਮੁੱਚੀ ਫੌਜ ਦੇ ਵਿੱਚ, ਗੁਰੂ ਕੇ ਦਲ ਦੇ ਵਿੱਚ, ਦਲ ਵਹੀਰ ਦੇ ਵਿੱਚ ਮਿਲ ਕਰਕੇ ਆਇਆ ਹੈ। ਕੌਣ ਮਿਲ ਕੇ ਆਇਆ? ਭਾਈ ਗੋਦੜੀਆ ਜੀ। ਇਹ ਸਾਧੂ ਗੋਦੜੀਆ ਜੀ। ਗੋਦੜੀਆ ਜਿਸ ਦਾ ਨਾਮ ਕਿਹਾ ਜਾਂਦਾ ਹੈ, ਜੋ ਸਾਧ ਸੰਗਤ ਜੀ ਭਾਈ ਭਗਤੂ ਜੀ ਦੇ ਵੰਸ਼ ਦੇ ਵਿੱਚ ਭਾਈ ਜੀਵਨ ਜੀ, ਭਾਈ ਗੌਰਾ ਜੀ, ਉਹਨਾਂ ਦੇ ਘਰ ਦੇ ਵਿੱਚ ਇਹ ਸੇਵਾ ਕਰਿਆ ਕਰਦਾ ਸੀ। ਪਿਛਲੇ ਪ੍ਰਸੰਗਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਇਹ ਭਾਈ ਗੋਦੜੀਏ ਦਾ ਰੋਜ਼ ਦਾ 21 ਜਪਜੀ ਸਾਹਿਬ ਦਾ ਨਿਤਨੇਮ ਸੀ। ਇਹ ਤਾਂ ਰੋਜ਼ ਦੇ ਨੇਮ ਨਾਲ 21 ਜਪਜੀ ਸਾਹਿਬ ਭਾਈ ਗੋਦੜੀਆ ਕਰਦਾ ਸੀ। ਬਾਕੀ ਗੁਰ ਮੰਤਰ ਤੇ ਮੂਲ ਮੰਤਰ ਤੇ 8 ਪੈਰ ਦਾ ਇਹਦਾ ਅਭਿਆਸ ਸੀ ਤੇ ਸੇਵਾ। ਇਹਦੇ ਬਚਨ ਪੂਰੇ ਹੁੰਦੇ ਸੀ। 10ਵੇਂ ਪਾਤਸ਼ਾਹ ਨੇ ਵੀ ਇਹਦੇ ਤਾਈਂ ਬਚਨ ਕੀਤਾ ਕਿ ਇਸ ਇਲਾਕੇ ਦਾ ਇਹ ਮਹਾਨ ਤਿਆਗੀ ਹੈ, ਮਹਾਨ ਪੁਰਖ ਹੈ। ਤਾਂ ਉਹ ਗੋਦੜੀਆ ਗੁਰਮੁਖ ਪਿਆਰਾ ਵੀ ਗੁਰੂ ਕੇ ਦਲ ਦੇ ਵਿੱਚ ਹੀ ਇਹ ਸਾਬੋ ਕੀ ਤਲਵੰਡੀ ਆ ਕੇ ਨੇ ਦਰਸ਼ਨ ਕੀਤੇ ਸੀ ਮਹਾਰਾਜ ਦੇ। ਉਥੋਂ ਨਾਲ ਹੀ ਇਹ ਭਾਈ ਕੇ ਚੱਕ, ਫਿਰ ਇਹ ਭਾਗੂ ਪਿੰਡ, ਫਿਰ ਹੁਣ ਮਹਾਰਾਜ ਕਿਲੇ ਵਿੱਚ ਚਲੇ ਗਏ ਆ, ਬਠਿੰਡੇ ਵਾਲੇ ਕਿਲੇ 'ਚ। ਉੱਥੇ ਵੀ ਇਹ ਫੌਜ ਦੇ ਨਾਲ ਹੀ ਗਿਆ ਹੈ। ਤੇ ਭਾਈ ਦਿਆਲ ਦਾਸ ਜਿਹੜਾ ਹੈ, ਉਹਨੇ ਵੀ ਜਿਹੜੇ ਗੱਡੇ ਭਰੇ ਹੋਏ ਆ ਨਾ ਸਾਧ ਸੰਗਤ ਜੀ, ਉਹ ਦਾਸ ਨੇ ਭਾਵੇਂ ਪਹਿਲਾਂ ਬੇਨਤੀ ਸਾਂਝੀ ਕਰ ਦਿੱਤੀ, ਹਲੇ ਉਹ ਅੱਗੇ ਇਤਿਹਾਸ ਵਿੱਚ ਸਾਰਾ ਜ਼ਿਕਰ ਆਉਣਾ ਹੈ। ਇਹ ਦਿਆਲ ਦਾਸ ਨੇ ਉਹ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤੇ ਗੱਡੇ ਭਰੇ ਹੋਏ ਜਿਹੜੇ ਹਨ, ਇਸੇ ਤਰ੍ਹਾਂ ਪ੍ਰਸ਼ਾਦੇ ਤੇ ਦਾਲ ਭਾਜੇ ਦੇ ਉਹ ਗੱਡੇ ਵੀ ਨਾਲ ਲੈ ਕਰਕੇ ਆ ਰਹੇ ਦਿਆਲ ਦਾਸ। ਪਿੱਛੇ ਪਿੱਛੇ ਨਾਲ ਹੀ ਲੈ ਕੇ ਫਿਰ ਰਿਹਾ ਦਿਆਲ ਦਾਸ ਗੱਡੇ, ਪ੍ਰਸ਼ਾਦੇ ਵਾਲੇ, ਦਾਲ ਭਾਜੀ ਵਾਲੇ, ਕੜਾਹ ਪ੍ਰਸ਼ਾਦੀਆਂ ਦੇਗਾਂ ਵਾਲੇ। ਪਰ ਮਹਾਰਾਜ ਨੇ ਅੰਗੀਕਾਰ ਨਹੀਂ ਕੀਤਾ ਦਿਆਲ ਦਾਸ ਦਾ ਲੰਗਰ। ਜਦੋਂ ਗੁਰੂ ਭਗਵਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਠਿੰਡੇ ਦੇ ਕਿਲੇ ਵਿੱਚ ਪੜਾਅ ਕੀਤਾ ਹੈ ਤੇ 4 ਛਪੇਰੇ ਗੁਰੂ ਕੀ ਫੌਜ ਜਿਹੜੀ ਹੈ ਉਤਾਰਾ ਕਰ ਲਿਆ ਹੈ ਮਹਾਰਾਜ ਸਾਹਿਬ ਜੀ ਦੇ। ਰਾਤ ਪਈ ਹੈ, ਗੁਰੂ का लंगर तैयार होया। सारे गुरु के दल ने, गुरु की फौज ने, ਸਿੰਘਾਂ ने, सिखा सेवका ने प्रसादा पानी छकिया है। सतगुरु जी ने भी प्रसादा पानी छकिया ते किरपा दे खजाने ये हुण किले दे विच ही पड़ा कीता होया। रात नूं किले दे विच ही महाराज साहिब जी दा आसन लगा है ते सतगुरु जी किरपा दे खजाने सुख दे नाल विराजमान होए हन। गुरु के सिंह वारो वारी दशमेश पातशाह जी दे आसन दे उदाले पहरा देंदे खलो करके वारी बनी हुई है। सिंघां ने वारी वारी जाग के दशमेश पातशाह जी दे इर्द गिर्द पहरा देंदे हन। अद्धी रात होई है साध संगत जी, जदों अद्धी रात बीती ना किले दे विच महाराज बराजे सिंह पहरा दे रहे। अद्धी रात का समा होया ते एक कन्या आई है गुरु गोबिंद सिंह महाराज दे पास। महाराज दे पलंगे दियां गुरु जी दे आसन दियां परिक्रमा कीतियां इस कन्या ने ते फिर महाराज दे चरना वाले पासे खलो के हाथ जोड़ के ते अपनी गर्दन नीवी कीती है, भाव मत्था टेकिया दशमेश पातशाह जी नूं। ते फिर महाराज साहब जी नूं बहुत प्रकार दीयां बेनतियां कीतियां इस कन्या ने। महाराज दशमेश पातशाह तुसीं आए हो इत्थे मेरी पीड़ा नूं पछाणदे होए, मेरी महाराज बिरथा हालत नूं पछाणदे होए आप जी इत्थे आए हो। महाराज जंगल देश दी जिन्नी धरती है महाराज मैं जंगल देश दी धरती आ स्वरूप कन्या दा रूप धारण करके तुहाडे चरनां च आई हां। मैं जंगल देश दी धरती आई हां आप जी दे चरनां दे विच। जंगल देश दी मालवे देश दी महाराज साहब मैं धरती आप जी दे चरनां विच आई हां बेनती करन वास्ते। वाहिगुरु जी दे ये परमेश्वर दे
ਇਹ ਦੇਵਲੇਤ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਇਹ ਕਿਰਪਾ ਦੇ ਨਾਲ ਹੀ ਮਹਾਰਾਜ ਆਪ ਜੀ ਦਾ ਇੱਥੇ ਆਉਣਾ ਹੋਇਆ ਹੈ। ਸਤਿਗੁਰੂ ਜੀ ਸਿਆ ਹੋਣਾ ਬ੍ਰਹਮ ਇਹ ਸੱਚੇ ਪਾਤਸ਼ਾਹ ਹੁਣ ਸਾਰੇ ਦੇਸ਼ ਨੂੰ ਆਪ ਜੀ ਕਿਰਪਾ ਕਰਕੇ ਮਹਾਰਾਜ ਇਹ ਗਰੀਬ ਨਵਾਜ ਸੋਹਣਾ ਕਰੋ ਆਪ ਜੀ। ਸਾਰੇ ਦੇਸ਼ ਨੂੰ ਮਹਾਰਾਜ ਸਾਹਿਬ ਮਾਲਾ ਮਾਲ ਕਰੋ ਆਪ ਜੀ, ਪਵਿੱਤਰ ਕਰੋ। ਇੱਕ ਤੋਂ ਕਾਮ ਦੇ ਭਿਆਨਾ ਮਾਰੇ ਇੱਕ ਤਾਂ ਇਸ ਇਲਾਕੇ ਦੇ ਵਿੱਚ ਜੰਗਲ ਦੇਸ਼ ਦੇ ਵਿੱਚ ਇਸ ਬਠਿੰਡੇ ਦੇ ਕਿਲੇ ਦੇ ਵਿੱਚ ਕਾਣਾ ਦੇ ਰਹਿੰਦਾ ਹੈ, ਬੜਾ ਭਿਆਨਕ, ਬਸੇ ਹੋਏ ਮੈਂ ਦੁਸ਼ਟ ਮਹਾਨਾ ਜਿਹੜਾ ਵੱਡਾ ਹੀ ਦੁਸ਼ਟ ਹੈ, ਦੁਸ਼ਟਪੁਣਾ ਕਰਨ ਵਾਲਾ ਇਹ ਕਾਣਾ ਦੇਵ ਹੈ ਨਾ, ਇਹ ਮਹਾਰਾਜ ਇਸ ਕਿਲੇ ਦੇ ਵਿੱਚ ਰਹਿੰਦਾ ਹੈ ਜਿੱਥੇ ਆਪ ਜੀ ਆਏ ਹੋ। ਸਹਿ ਅਨਾਜ ਦੀ ਮਦਨ ਨਾ ਦੇ ਇਹ ਮਹਾਰਾਜ ਅਨਾਜ ਨੂੰ ਵਧਣ ਹੀ ਨਹੀਂ ਦਿੰਦਾ ਹੈ। ਅਨਾਜ ਦੀ ਪੈਦਾਇਸ਼ ਜਿੰਨੀ ਹੁੰਦੀ ਹੈ ਇਸ ਜੰਗਲ ਦੇਸ਼ ਦੇ ਵਿੱਚ, ਉਹ ਫਸਲ ਨੂੰ ਇਹ ਵਧਣ ਹੀ ਨਹੀਂ ਦਿੰਦਾ ਹੈ। ਸੀਨ ਸੰਤਰੇ ਖਾਏ ਸਭੇ ਇੱਧਰ ਦੇ ਲੋਕਾਂ ਤੋਂ ਮਹਾਰਾਜ ਖੋਹ ਖਿੰਝ ਕੇ ਖਾ ਲੈਂਦਾ ਕਾਣਾ ਦੇਵ, ਜਿਹੜਾ ਬਠਿੰਡੇ ਵਿੱਚ ਰਹਿੰਦਾ ਕਿਲੇ ਦੇ ਵਿੱਚ। ਇਸ ਕੋ ਕਰੋ ਨਿਕਾਸਨ ਜਪੈ ਮਹਾਰਾਜ ਤੁਸੀਂ ਇਸ ਕਿਲੇ ਵਿੱਚ ਚਰਨ ਪਾਏ ਆ ਤੇ ਹੁਣ ਕਿਰਪਾ ਕਰਕੇ ਕਾਣੇ ਦੇਣ ਨੂੰ ਇਸ ਕੱਢ ਕੇ ਜਾਇਓ। ਇਹ ਕਾਣੇ ਦੇਣ ਨੂੰ ਮਹਾਰਾਜ ਇੱਥੋਂ ਇਹਨੂੰ ਬਾਹਰ ਕੱਢ ਦਿਓ। ਜਨ ਦੇਸ ਬਸੇ ਕੋ ਸਭੈ ਜਦੋਂ ਆਪ ਜੀ ਕਿਰਪਾ ਕਰਕੇ ਮਹਾਰਾਜ ਕਾਣੇ ਦੇਣ ਨੂੰ ਇੱਥੋਂ ਕੱਢ ਦਿਓਗੇ ਨਾ, ਫਿਰ ਦਿਨ ਪ੍ਰਤੀ ਦਿਨ ਮਹਾਰਾਜ ਇਹ ਜੰਗਲ ਦਾ ਇਲਾਕਾ ਵਸਦਾ ਜਾਵੇਗਾ, ਬਹੁਤ ਵਸੇਗਾ ਸਾਰਾ ਹੀ। ਕੋਨ ਜਿਨਕੇ ਅਨਮਾਨ ਫੇਰ ਹੀ ਮਹਾਰਾਜ ਇਹ ਜੰਗਲ ਦੇ ਇਲਾਕੇ ਵਿੱਚ ਮਹਾਨ ਅਨਾਜ ਪੈਦਾ ਹੋਣਗੇ। ਤੁਮਾਰਾ ਪ੍ਰਤਾਪ ਪਛਾਨੈ ਇਹ ਮਹਾਰਾਜ ਆਪ ਜੀ ਦੇ ਆਉਣ ਦਾ ਪ੍ਰਤਾਪ ਪਛਾਣਿਆ ਜਾਵੇਗਾ ਕਿ ਆਪ ਜੀ ਨੇ ਇੱਥੇ ਚਰਨ ਪਾਏ ਤੇ ਇਹ ਜਿਹੜਾ ਜੰਗਲ ਦੇ ਵਿੱਚ ਮੰਗਲ ਲੱਗੇ। ਮਹਾਰਾਜ ਫਿਰ ਇਹ ਜਿਹੜਾ ਇਲਾਕਾ ਮਾਲਾ ਮਾਲ ਹੋਵੇਗਾ। ਸੁਣ ਸਤਿਗੁਰ ਕੰਨਿਆ ਦੇ ਸਭ ਇਹ ਜੋ ਕੰਨਿਆ ਦਾ ਰੂਪ ਧਾਰਨ ਕਰਕੇ ਉਸ ਇਲਾਕੇ ਦੀ ਇਹ ਧਰਤੀ ਨੇ ਜਾਣੋ ਬੇਨਤੀ ਕੀਤੀ ਹੈ, ਉਹ ਕੰਨਿਆ ਤੋਂ ਸਾਰੀ ਬੇਨਤੀ ਸੁਣ ਕੇ ਧੀਰ ਜਿਨਸ ਕਹਿ ਮੈਂ ਤਬ ਮਹਾਰਾਜ ਸਾਹਿਬ ਜੀ ਨੇ ਕੋਮਲ ਬਚਨ ਬੋਲ ਕਰਕੇ ਇਸ ਕੰਨਿਆ ਨੂੰ ਧੀਰਜ ਦਿੱਤੀ ਹੈ। ਸੁਪਤ ਜਥਾ ਸਤਰਾਮ ਦਿੱਤਾ ਮਹਾਰਾਜ ਸਾਹਿਬ ਜੀ ਨੇ ਸੁਖ ਪੂਰਵਕ ਵਿਰਾਜਮਾਨ ਹੋ ਕੇ ਰਾਤ ਬਤੀਤ ਕੀਤੀ ਹੈ। ਸੋਸ਼ਨਾ ਪ੍ਰਾਪਤ ਹੋਇਆ ਅੰਮ੍ਰਿਤ ਵੇਲਾ ਹੋਇਆ ਤੇ ਇੱਥੇ ਬਠਿੰਡੇ ਦੇ ਕਿਲੇ ਵਿੱਚ ਹੀ ਸਤਿਗੁਰੂ ਜੀ ਨੇ ਦਾਤਨਾਦ ਕੀਤੀ ਹੈ ਤੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਕੀਤਾ ਹੈ। ਬੈਠੇ ਸਤਿਗੁਰ ਲਾਇ ਦੀਵਾਨ ਦਿਨ ਚੜ੍ਹਿਆ ਅੰਮ੍ਰਿਤ ਵੇਲੇ ਦਾ ਦੀਵਾਨ ਲਾਇਆ ਸਤਿਗੁਰੂ ਜੀ ਨੇ। ਇੱਕ ਪੰਡਤ ਗੁਰ ਸੰਗ ਮਹਾਨ ਇਸ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਹਾਲੇ ਦੀਵਾਨ ਵਿੱਚ ਹੀ ਬੈਠੇ ਆ ਸਤਿਗੁਰੂ ਤੇ ਸਾਰੀ ਗੁਰੂ ਕੀ ਫੌਜ ਸ਼ਸਤਰਧਾਰੀ ਸਿੰਘ ਸੂਰਮੇ ਬੈਠੇ ਹੋਏ ਆ ਮਹਾਰਾਜ ਸਾਹਿਬ ਜੀ ਦੇ ਦੀਵਾਨ ਵਿੱਚ। ਤਾਂ ਹੋਰ ਵੀ ਕਈ ਸਾਧੂ ਪੰਡਤ ਲੋਕ ਵੀ ਮਹਾਰਾਜ ਸਾਹਿਬ ਦੇ ਨਾਲ ਆਏ ਸੀ ਤੇ ਇੱਕ ਮਹਾਰਾਜ ਸਾਹਿਬ ਦੇ ਉਸ ਵੇਲੇ ਦੀਵਾਨ ਦੇ ਵਿੱਚ ਬਹੁਤ ਮਹਾਨ ਕਹਿੰਦੇ ਵੀ ਪੰਡਤ ਬੈਠਾ ਹੋਇਆ ਸੀ। ਇਹ ਬੜਾ ਪੜ੍ਹਿਆ ਹੋਇਆ ਸੀ, ਪੰਡਤ ਵਿਦਵਾਨ ਸੀ, ਬ੍ਰਾਹਮਣ। ਤਾਂ ਉਹ ਗੁਰੂ ਸਾਹਿਬ ਦੇ ਨਾਲ ਇੱਥੇ ਕਿਲੇ ਵਿੱਚ ਗਿਆ ਸੀ। ਇੱਕ ਪੰਡਤ ਗੁਰ ਸੰਗ ਮਹਾਨ, ਇਹ ਮਹਾਨ ਹੀ ਵਿਦਵਾਨ ਪੰਡਤ ਬੈਠਾ ਸੀ ਜਿਹਨੇ ਬਹੁਤੇ ਗ੍ਰੰਥ ਧਰਮ ਸ਼ਾਸਤਰ ਪੜ੍ਹੇ ਸਨ। ਸੋ ਵੀ ਜਗਿਓ ਪਾਸ ਇਹ ਮਹਾਨ ਵਿਦਵਾਨ ਜਿਹੜਾ ਪੰਡਤ ਸੀ ਨਾ ਤੇ ਜੋਤਿਸ਼ਾਸਤਰ ਵੀ ਪੜ੍ਹਿਆ ਸੀ, ਹੋਰ ਵੀ ਕਈ ਗ੍ਰੰਥ ਇਹਨੇ ਪੜ੍ਹੇ। ਇਹ ਵੀ ਦੀਵਾਨ ਵਿੱਚ ਆ ਕੇ ਬੈਠਾ ਹੈ ਸੀ ਸ੍ਰੀ ਪ੍ਰਭੂ ਕਰਿਓ ਸੰਗ ਪ੍ਰਕਾਸ਼ ਤੇ ਸ੍ਰੀ ਪ੍ਰਭੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਪ੍ਰਸੰਗ ਕੀਤਾ ਹੈ ਪ੍ਰਕਾਸ਼ ਭਾਵ ਉਹ ਸਾਰੀ ਵਾਰਤਾ ਜਿਹੜੀ ਹੈ ਮਹਾਰਾਜ ਸਾਹਿਬ ਜੀ ਨੇ ਦੱਸੀ ਹੈ। ਵੱਡੋ ਤਰੋਗੇ ਰਹਿਓ ਕਰਿਓ ਸਤਿਗੁਰੂ ਕਹਿਣ ਲੱਗੇ ਵੀ ਇਹ ਜਿਹੜਾ ਕਿਲਾ ਹੈ ਬਹੁਤ ਵੱਡਾ ਬਣਾਇਆ ਹੋਇਆ ਹੈ। ਵੱਡੋ ਤੇ ਵਾਸਾ ਕਰਿਓ ਕਹਿਣ ਲੱਗੇ ਸਤਿਗੁਰੂ ਕਿ ਜਿਵੇਂ ਕਿਲਾ ਬੜਾ ਵੱਡਾ ਹੈ ਨਾ, ਬੜਾ ਵੱਡਾ ਬਠਿੰਡੇ ਦਾ ਕਿਲਾ, ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਇੱਥੇ ਜਿਵੇਂ ਕਿਲਾ ਵੱਡਾ ਹੈ ਇਸੇ ਤਰ੍ਹਾਂ ਵੱਡੇ ਦੇਵ ਨੇ ਵੀ ਇੱਥੇ ਵਾਸਾ ਕੀਤਾ ਹੋਇਆ ਵੀ ਇਹਦੇ ਵਿੱਚ ਵੱਡੇ ਭੂਤ ਨੇ ਵੀ ਵਾਸਾ ਕੀਤਾ। ਕਈ ਭੂਤ ਨੇ ਇੱਥੇ ਰਹਿਣ ਦੇ, ਭੂਤ ਪ੍ਰੇਤ, ਤੇ ਉਹਦੇ ਵਿੱਚ ਵੱਡਾ ਦੇਵ ਵੀ ਇੱਕ ਇੱਥੇ ਵਸਿਆ ਹੋਇਆ ਹੈ। ਦੇਸ਼ ਪੁਜਾਰਨਾ ਹੈ ਇਹ ਆਸ਼ਾ ਜਿਹਦਾ ਆਸ਼ਾ ਹੈ ਇਸ ਦੇਸ਼ ਨੂੰ ਉਜਾੜਨ ਦੇ ਵਿੱਚ, ਉਹ ਦੇਸ਼ ਨੂੰ ਉਜਾੜਦਾ ਹੈ। ਕਹੋ ਕਿਉ ਤਿਸੈ ਨਿਕਾਸ ਅੰਤਰਜਾਮੀ ਸਤਿਗੁਰੂ ਸਰਬ ਕਲਾ ਸਮਰਾਥਾ ਤੇ ਕਈ ਵਾਰੀ ਮਹਾਰਾਜ ਸਾਹਿਬ ਜੀ ਜਾਣ ਬੁੱਝ ਕੇ ਐਸਾ ਕੌਤਕ ਕਰਦੇ।
ਉਸ ਪੰਡਤ ਨੂੰ ਕਹਿਣ ਲੱਗੇ, ਪੰਡਤ ਜੀ ਦੱਸੋ, ਤੁਸੀਂ ਬੜੇ ਗ੍ਰੰਥ ਪੜ੍ਹੇ ਹੋਏ ਆ, ਦੱਸੋ ਇਹ ਦੇਹ ਨੂੰ ਕਿਵੇਂ ਕੱਢ ਗਏ ਇਥੋਂ? ਜਿਹੜਾ ਇੱਥੇ ਆ ਕਾਣਾ ਦੇ ਵਸਿਆ ਹੋਇਆ ਬੜਾ ਵੱਡਾ ਬਠਿੰਡੇ ਦੇ ਕਿਲੇ ਵਿੱਚ, ਤੇ ਦੱਸੋ ਤਰੀਕਾ ਦੱਸੋ ਵੀ ਇਹਨੂੰ ਕਿਵੇਂ ਇੱਥੋਂ ਕੱਢ ਗਏ? ਸੁਣ ਪੰਡਤ ਜਨ ਬਾਗ ਬਖਾਨੇ ਮਹਾਰਾਜ ਸਾਹਿਬ ਜੀ ਦਾ ਬਚਨ ਸੁਣ ਕੇ ਤੇ ਪੰਡਤ ਨੇ ਫਿਰ ਇਸ ਤਰ੍ਹਾਂ ਬੇਨਤੀ ਕੀਤੀ, ਮਹਾਂਪੁਰਖ ਤੁਮ ਸਭ ਕੁਛ ਜਾਣਿਓ। ਮਹਾਰਾਜ ਤੁਸੀਂ ਮਹਾਂਪੁਰਖ ਹੋ, ਤੁਸੀਂ ਸਭ ਕੁਝ ਜਾਣਦੇ ਹੋ, ਮੈਂ ਭਲਾ ਤੁਹਾਨੂੰ ਕੀ ਕਹਿ ਸਕਦਾ? ਇਹ ਪੰਡਤ ਤੁਹਾਨੂੰ ਗੁਰੂ ਸਾਹਿਬ ਨੂੰ ਕੀ ਦੱਸ ਸਕਦਾ? ਆਮ ਲੋਕ ਤਾਂ ਪੰਡਤਾਂ ਤੋਂ ਗੁੰਮਰਾਹ ਹੋ ਹੀ ਜਾਂਦੇ, ਉਹ ਤਾਂ ਜਾ ਕੇ ਪੱਤਰੀ ਖੁਲਾ ਹੀ ਲੈਂਦੇ ਆ। ਹੁਣ ਸਤਿਗੁਰਾਂ ਦੇ ਸਾਹਮਣੇ ਬੜਾ ਪੰਡਤ ਦੀ ਦਾਲ ਕਰਦੀ ਹੈ, ਆਮ ਲੋਕਾਂ ਨੂੰ ਠੱਗ ਲੈਂਦੇ, ਉਹ ਕਹਿੰਦੇ ਤੇਰੇ ਤੇ ਸ਼ਨੀ ਦਾ ਗ੍ਰਹਿ ਆ, ਤੇਰੇ ਉੱਤੇ ਨਾ ਉਹ ਕਹਿੰਦੇ ਰਾਹੂ ਕੇਤੂ ਆ, ਇਸ ਕਰਕੇ ਕਾਲੀ ਦਾਲ ਚੜਾ ਲਈ, ਕਾਲੇ ਰੰਗ ਦੀ, ਫਿਰ ਉਹ ਮਾਂ ਦੀ ਦਾਲ ਚੜਾਉਂਦੇ ਲੋਕ, ਜਾਂ ਕਹਿੰਦੇ ਪੀਲੇ ਰੰਗ ਦੀਆਂ ਚੀਜ਼ਾਂ ਭੇਟ ਕਰੀ, ਕਿੱਥੇ ਚੜਾਈਏ ਜੀ? ਕਹਿੰਦੇ ਭਾਵੇਂ ਸਾਨੂੰ ਵੀ ਚੜਾ ਦੇ ਲਿਆ, ਪੀਲੇ ਰੰਗ ਦੇ ਲੱਡੂ ਲੈ ਆਵੇਂ, ਪੀਲੀ ਦਾਲ ਲੈ ਆਵੇਂ, ਉਹ ਇਸ ਤਰ੍ਹਾਂ ਕਹਿਣ ਲੱਗ ਪੈਂਦੇ। ਬਹੁਤ ਵੱਡੀ ਗਿਣਤੀ 'ਚ ਲੋਕ ਪੰਡਤਾਂ ਦੇ ਮਗਰ ਲੱਗਦੇ ਆ ਪੁੱਛਣਾ ਦੱਸਣਾ ਤੇ, ਪਰ ਗੁਰੂ ਸਾਹਿਬ ਦਾ ਬਚਨ ਹੈ ਕਿ ਭਾਈ ਇਹਨਾਂ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ। ਤੇ ਸਤਿਗੁਰੂ ਸਾਹਿਬ ਜੀ ਨੇ ਸੁਭਾਵ ਕੀ ਉਹ ਵਿਦਵਾਨ ਪੰਡਤ ਨੂੰ ਪੁੱਛਿਆ ਤੇ ਉਹਨੇ ਆਖਿਆ, ਮਹਾਰਾਜ ਮੈਂ ਕੀ ਦੱਸ ਸਕਦਾ, ਮਹਾਂਪੁਰਖ ਤੁਮ ਸਭ ਕੁਛ ਜਾਣਿਆ, ਤੁਸੀਂ ਮਹਾਂਪੁਰਖ ਹੋ, ਤੁਸੀਂ ਤਾਂ ਪਹਿਲਾਂ ਹੀ ਸਭ ਕੁਝ ਜਾਣਿਆ, ਤੁਹਾਨੂੰ ਪਤਾ ਹੈ ਕਿ ਇਹ ਕਿਲੇ ਦੇ ਵਿੱਚ ਦੇਹ ਦਾ ਵੀ ਵਾਸਾ ਹੈ, ਕਾਣੇ ਦੇਵ ਦਾ, ਇਸ ਕਰਕੇ ਮਹਾਰਾਜ ਮਹਾਂਪੁਰਖ ਤੁਸੀਂ ਸਭ ਕੁਝ ਜਾਣਦੇ ਹੋ। ਪਰ ਫਿਰ ਵੀ ਮਹਾਰਾਜ ਜੀ ਆਪ ਜੀ ਦੀ ਆਗਿਆ ਹੈ, ਤੁਸੀਂ ਪੁੱਛਿਆ ਹੈ ਤਾਂ ਫਿਰ ਬੇਨਤੀ ਕਰਦਾ ਹਾਂ। ਇਹ ਮਹਾਰਾਜ ਜੋ ਕਿਲਾ ਹੈ ਬਹੁਤ ਆਕੀ ਕਿਲਾ ਇੱਥੇ ਜੋ ਰਚਿਆ ਹੈ, ਇਹ ਮਹਾਰਾਜ ਬਿਨੇਪਾਲ ਨਾਮ ਦਾ ਰਾਜਾ ਹੋਇਆ ਬਹੁਤ ਵੱਡਾ, ਉਸਨੇ ਬਣਾਇਆ ਹੈ ਕਿਲਾ। ਇਹ ਕਿਲੇ ਬਣਾਉਣ ਉੱਤੇ ਬਹੁਤਾ ਜ਼ਿਆਦਾ ਧਨ ਦਿੱਤਾ ਉਸਨੇ, ਬਹੁਤੀ ਮਾਇਆ ਖਰਚੀ ਹੈ। ਬਿਨੇਪਾਲ ਨਾਮ ਰਾਜੇ ਨੇ, ਉਹਨੇ ਬਠਿੰਡੇ ਦਾ ਕਿਲਾ ਬਣਾਇਆ। ਜਿਸ ਵੇਲੇ ਬਾਅਦ ਵਿੱਚ ਗੋਰੀਆ ਨਾਮ ਦਾ ਰਾਜਾ ਹੋਇਆ ਹੈ, ਤਾਂ ਉਹ ਗੋਰੀਆ ਨਾਮ ਦਾ ਰਾਜਾ ਇਸ ਕਿਲੇ ਦੇ ਵਿੱਚ, ਬਠਿੰਡੇ ਦੇ ਕਿਲੇ ਵਿੱਚ ਪ੍ਰਵੇਸ਼ ਹੋਇਆ ਜਦੋਂ, ਤਾਂ ਉਸਨੇ ਮਹਾਰਾਜ ਇਹ ਉੱਪਰੋਂ ਢਾਹ ਦਿੱਤਾ ਹੈ। ਇਹ ਹੈ ਤਾਂ ਕਹਿੰਦੇ ਇਦੋਂ ਵੀ ਬੜਾ ਵੱਡਾ ਸੀ ਕਿਲਾ, ਫਿਰ ਮਹਾਰਾਜ ਉਹ ਗੋਰੀਆ ਨਾਮ ਦੇ ਰਾਜੇ ਨੇ ਵੀ ਉੱਪਰੋਂ ਇਸ ਕਿਲੇ ਨੂੰ ਢਾਇਆ ਤੇ ਇਹਨੂੰ ਛੋਟਾ ਕਰ ਦਿੱਤਾ। ਮਹਾਰਾਜ ਜੋ ਆਪ ਜੀ ਕਹਿੰਦੇ ਹੋ ਕਿ ਇਹਦੇ ਵਿੱਚ ਦੇਹ ਦਾ ਵਾਸਾ ਹੈ, ਇਸ ਕਰਕੇ ਹਾਥੀ ਦੀ ਬਲੀ ਦਿਓ ਮਹਾਰਾਜ। ਇੱਥੇ ਹਾਥੀ ਇੱਥੇ ਲਿਆ ਕੇ ਹਾਥੀ ਨੂੰ ਝਟਕਾਇਆ ਜਾਵੇ, ਹਾਥੀ ਨੂੰ ਮਾਰਿਆ ਜਾਵੇ, ਹਾਥੀ ਦੀ ਬਲੀ ਇਸ ਕਿਲੇ ਵਿੱਚ ਦਿਓ। ਮਹਾਰਾਜ ਤਾਂ ਇਸ ਕਿਲੇ ਦੇ ਵਿੱਚ ਆਪ ਜੀ ਪਿਆਨ ਕਰੋ। ਜੋ ਆਪ ਜੀ ਦੱਸ ਰਹੇ ਹੋ ਦੇਵ ਤੋਂ ਆਦਿਕ ਹੋਰ ਇੱਥੇ ਭੂਤ ਪ੍ਰੇਤ ਵਸਦੇ ਹਨ, ਤਾਂ ਉਹ ਮਹਾਰਾਜ ਸਾਰੇ ਇੱਥੋਂ ਚਲੇ ਜਾਣਗੇ ਜਦੋਂ ਤੁਸੀਂ ਹਾਥੀ ਦੀ ਬਲੀ ਦੇ ਦੋਗੇ, ਫਿਰ ਇੱਥੇ ਨਹੀਂ ਰਹਿਣਗੇ ਕਦੇ ਵੀ। ਮਹਾਰਾਜ ਤੁਸੀਂ ਤੇ ਸਮਰੱਥ ਹੋ, ਮੈਂ ਆਪਣੇ ਮੁਤਾਬਕ ਆਪ ਜੀ ਨੂੰ ਬੇਨਤੀ ਕਰ ਰਿਹਾ ਵਾਂ, ਤੁਸੀਂ ਤਾਂ ਬਿਨਾਂ ਬਲੀ ਦੇਣ ਤੋਂ ਵੀ ਇਹਦੇ ਵਿੱਚ ਜਾ ਸਕਦੇ ਹੋ। ਜਿਵੇਂ ਮਹਾਰਾਜ ਤੁਸੀਂ ਚਾਹੁੰਦੇ ਉਸੇ ਤਰ੍ਹਾਂ ਬਣਾ ਸਕਦੇ ਹੋ, ਕਿਉਂਕਿ ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਆਪ ਸਭ ਕੁਝ ਕਰ ਸਕਦੇ ਹੋ। ਤਾਂ ਇਸ ਪ੍ਰਕਾਰ ਮਹਾਰਾਜ ਫਿਰ ਵੀ ਤਉ ਹਰਖ ਕਰ ਸਕਲ ਗਿਆਨੈ ਬਲ ਕੋ ਲੇਤ ਸੋ ਭਲੋ ਬਖਾਨ। ਫਿਰ ਵੀ ਮਹਾਰਾਜ ਖੁਸ਼ੀ ਦੇ ਨਾਲ ਸਾਰੇ ਇੱਥੇ ਪਿਆਨਾ ਕਰਨ। ਬਲ ਕੋ ਲੇਤ ਮਹਾਰਾਜ ਇਸ ਕਰਕੇ ਕਹਿੰਦੇ ਹਨ ਕਿ ਬਲੀ ਜਿਹੜੀ ਹੈ ਉਹ ਲੈ ਕਰਕੇ ਇਹ ਜਿਹੜੀਆਂ ਇਹ ਗੁਪਤ ਰੂਹਾਂ ਹਨ, ਭੂਤ ਪ੍ਰੇਤ ਹਨ, ਇਹ ਭਲੀ ਪ੍ਰਕਾਰ ਚਲੇ ਜਾਂਦੇ ਹਨ। ਤਾਂ ਸਤਿਗੁਰੂ ਕਹਿਣ ਲੱਗੇ ਵੀ ਪੰਡਤਾਂ ਨੂੰ ਹਾਥੀ ਕਿੱਥੋਂ ਲਿਆਈਏ? ਪੰਡਤ ਨੇ ਆਖਿਆ ਵੀ ਹਾਥੀ ਦੀ ਬਲੀ ਦਿਓ, ਤੇ ਮਹਾਰਾਜ ਕਹਿੰਦੇ ਇੱਥੇ ਹਾਥੀ ਕਿੱਥੇ ਹੁਣ ਬਲੀ ਦੇਣ ਵਾਸਤੇ। ਫਿਰ ਪੜੋ ਹਾਂ, ਜੇ ਇੱਥੇ ਯਤਨ ਵੀ ਕਰੀਏ ਤੇ ਉਪਾਅ ਕਰਨ ਦੇ ਨਾਲ ਵੀ
ਇਹ ਕਿਤੋਂ ਹਾਥੀ ਜਿਹੜਾ ਇਹ ਨੇੜਿਓਂ ਨਹੀਂ ਮਿਲਣਾ। ਇਸ ਕਰਕੇ ਵੀ ਹਾਥੀ ਹੱਥ ਵਿੱਚ ਆ ਜਾਵੇ ਉਹ ਕਿੱਥੋਂ ਮੰਗਾਈਏ। ਤਾਂ ਜੇ ਇਸ ਤਰ੍ਹਾਂ ਬਲੀ ਦਈਏ ਤਾਂ ਵੀ ਇਹ ਥਲ ਵਾਸੀ ਜਿਹੜੇ ਇੱਥੇ ਵਸਣ ਵਾਲੇ ਆ ਭੂਤ ਪ੍ਰੇਤ ਵੀ ਉਹ ਖੁਸ਼ ਹੋ ਜਾਣ ਤੇ ਇੱਥੋਂ ਚਲੇ ਜਾਣ। ਹੁਣ ਹਾਥੀ ਕਿੱਥੋਂ ਲੈ ਕਰਕੇ ਆਈਏ। ਤਾਂ ਕਹਿਣ ਲੱਗਾ ਪੰਡਤ ਵੀ ਮਹਾਰਾਜ ਜੇ ਹਾਥੀ ਨਹੀਂ ਹੈ ਫਿਰ ਮਹਾਰਾਜ ਝੋਟੇ ਦੀ ਬਲੀ ਦੇ ਦਿਓ। ਫਿਰ ਝੋਟਾ ਮੰਗਾ ਲਓ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਹਾਥੀ ਦਾ ਰੰਗ ਹੋਵੇ। ਜਿਵੇਂ ਹਾਥੀ ਦਾ ਭੂਰਾ ਜਿਹਾ ਰੰਗ ਹੁੰਦਾ ਤੇ ਉਸ ਰੰਗ ਵਾਲਾ ਝੋਟਾ ਹੀ ਮੰਗਾ ਲਵੋ। ਫਿਰ ਸਿੱਖਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਬਚਨ ਕੀਤਾ। ਸਤਿਗੁਰੂ ਮੌਜ ਦੇ ਮਾਲਕ ਵਾ ਗਰੀਬ ਨਵਾਜ ਸੱਚੇ ਪਾਤਸ਼ਾਹ ਜਿਹੜਾ ਕੌਤ ਕਰਾਈ ਤੇ ਉਹਦੇ ਵਿੱਚ ਭਲਾ ਹੀ ਕਰਦੇ ਆ ਜੀਵਾਂ ਦਾ। ਇਹ ਇਤਿਹਾਸ ਵਿਲਾਸ ਹੀ ਆ ਮਹਾਰਾਜ ਸਾਹਿਬ ਦਾ ਵੀ ਉਹ ਨਾਲ ਜਿਹੜਾ ਸੰਗਤ ਵਿੱਚ ਪੰਡਤ ਬੈਠਾ ਉਹਨੂੰ ਉਹਦੇ ਨਾਲ ਗੱਲਬਾਤ ਕਰੀ ਜਾਂਦੇ ਆ। ਤੇ ਮਹਾਰਾਜ ਜੀ ਜਿਵੇਂ ਹੁਣ ਸ਼ਿਕਾਰ ਖੇਡਦੇ ਆਏ ਆ ਪਿੱਛੇ ਵੀ ਤੇ ਜਿਹੜੇ ਜਿਹੜੇ ਜੀਵ ਨੂੰ ਮਾਰਿਆ ਉਹਨੂੰ ਕੱਲਾ ਮਾਰੇ ਹੀ ਥੋੜਾ ਵਾ ਉਹਦੀਆਂ ਪਿਛਲੇ ਜਨਮ ਵੀ ਦੱਸ ਦਿੰਦੇ ਉਹਦੀ ਕਲਿਆਣ ਕਰਦੇ ਸੱਚੇ ਪਾਤਸ਼ਾਹ ਤਾਰਿਆ ਵਾ ਮਹਾਰਾਜ ਸਾਹਿਬ ਦੇ ਤਾਂ। ਇਸੇ ਤਰ੍ਹਾਂ ਹੁਣ ਜਦੋਂ ਇਹ ਹੱਸ ਵਿਲਾਸ ਕਰਦੇ ਆ ਮਹਾਰਾਜ ਸਾਹਿਬ ਜੀ ਨੂੰ ਪੰਡਤ ਨੇ ਆਖਿਆ ਜੀ ਫਿਰ ਹਾਥੀ ਮੰਗਾ ਲਓ ਭੂਰੇ ਜਿਹੇ ਰੰਗ ਤੇ ਝੋਟਾ ਹੀ ਮੰਗਾ ਲਓ ਭੂਰੇ ਰੰਗ ਦਾ ਹਾਥੀ ਦੇ ਰੰਗ ਵਰਗਾ। ਤੇ ਫਿਰ ਸਤਿਗੁਰੂ ਜੀ ਨੇ ਸਿੱਖਾਂ ਨਾਲ ਬਚਨ ਕੀਤਾ। ਗ੍ਰਾਮ ਬੰਗੇਹਰ ਨਿਕਟ ਸਥਾਨਾ ਮਹਾਰਾਜ ਕਹਿਣ ਲੱਗੇ ਵੀ ਇੱਥੋਂ ਨੇੜੇ ਹੀ ਇੱਕ ਬੰਗੇਹਰ ਨਾਮ ਦਾ ਪਿੰਡ ਹੈ ਉੱਥੇ ਚਲੇ ਜਾਓ ਤੇ ਉੱਥੇ ਝੋਟਾ ਵਾ ਇੱਕ ਭੂਰੇ ਜਿਹੇ ਰੰਗ ਦਾ ਤੇ ਉਹ ਲੈ ਕੇ ਆਓ। ਹਾਂ ਤੁਸੀਂ ਚੱਲ ਕੇ ਜਾਓ ਤੇ ਉੱਥੋਂ ਝੋਟੇ ਨੂੰ ਲੈ ਕੇ ਆਓ ਬੰਗੇਹਰ ਪਿੰਡ ਦੇ ਵਿੱਚੋਂ। ਉੱਥੋਂ ਜਿਹੜੇ ਉਹ ਝੋਟੇ ਦੇ ਮਾਲਕ ਹੋਏ ਨਾ ਉਹਨਾਂ ਨੂੰ ਸਾਰੀ ਗੱਲਬਾਤ ਸੁਣਾ ਦਿਓ। ਸਾਡੇ ਵੱਲੋਂ ਦੱਸ ਦਿਓ ਵੀ ਅਸੀਂ ਮੰਗਾਇਆ ਝੋਟਾ। ਇੱਥੇ ਬਠਿੰਡੇ ਦੇ ਕਿਲੇ ਵਿੱਚ ਬਲੀ ਦੇਣੀ ਹੈ ਝੋਟੇ ਤੇ ਇੱਥੋਂ ਫਿਰ ਕਾਣੇ ਦੇੜ ਨੂੰ ਕੱਢਣਾ। ਤਾਂ ਮਹਾਰਾਜ ਕਹਿੰਦੇ ਬੰਗੇਹਰ ਪਿੰਡ ਵਿੱਚ ਜਾਓ ਭਾਈ। ਪੰਜ ਸਿੰਘ ਭੇਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਪੰਜ ਸਿੰਘ ਉਸ ਵੇਲੇ ਮਹਾਰਾਜ ਦੀ ਆਗਿਆ ਲੈ ਕਰਕੇ ਬਠਿੰਡੇ ਦੇ ਕਿਲੇ ਵਿੱਚੋਂ ਗਏ ਆ ਬੰਗੇਹਰ ਪਿੰਡ ਦੇ ਵਿੱਚ। ਜਦੋਂ ਉਸ ਪਿੰਡ ਵਿੱਚ ਪਹੁੰਚੇ ਤੇ ਪਿੰਡ ਵਾਲੇ ਜ਼ਿਮੀਂਦਾਰ ਉੱਥੇ ਖਲੋਤੇ ਹੋਏ ਵੇਖੇ। ਉਹਨਾਂ ਸਾਰਿਆਂ ਦੇ ਨਾਲ ਇਹ ਸਾਰੀ ਗੱਲਬਾਤ ਜਿਹੜੀ ਹੈ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਉਹਨਾਂ ਨਾਲ ਸਾਂਝੀ ਕੀਤੀ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜ਼ਿਮੀਂਦਾਰੋ ਤੁਹਾਡੇ ਕੋਲੋਂ ਜਿਹੜਾ ਝੋਟਾ ਹੈ ਨਾ ਉਹ ਮੰਗਵਾਇਆ ਮਹਾਰਾਜ ਸਾਹਿਬ ਜੀ ਨੇ। ਮਹਾਰਾਜ ਨੇ ਬਚਨ ਕੀਤਾ ਵੀ ਇਹ ਝੋਟੇ ਦੀ ਬਲੀ ਦੇਵਾਂਗੇ ਇੱਥੇ ਕਿਲੇ ਦੇ ਵਿੱਚ ਤੇ ਇੱਥੋਂ ਭੂਤ ਪ੍ਰੇਤ ਜਿਹੜੇ ਉਹਨਾਂ ਨੂੰ ਬਾਹਰ ਕੱਢਾਂਗੇ ਦੇਵ ਨੂੰ ਬਾਹਰ ਕੱਢਾਂਗੇ ਤੇ ਤੁਹਾਡਾ ਇਲਾਕੇ ਵਾਲਿਆਂ ਸਾਰਿਆਂ ਦਾ ਭਲਾ ਹੋਵੇਗਾ। ਇਸ ਕਰਕੇ ਆਪਣਾ ਭਲਾ ਜਾਣੋ ਤੇ ਆਪਣੇ ਤੁਹਾਡੇ ਪਿੰਡ 'ਚ ਜਿਹੜਾ ਭੂਰੇ ਜਿਹੇ ਰੰਗ ਦਾ ਝੋਟਾ ਉਹ ਸਾਨੂੰ ਦੇ ਦਿਓ। ਉਹ ਜਿਹੜਾ ਝੋਟਾ ਸੀ ਨਾ ਸਾਧ ਸੰਗਤ ਜੀ ਅੰਤਰਜਾਮੀ ਸਤਿਗੁਰੂ ਜੀ ਨੇ ਸਿੰਘਾਂ ਨੂੰ ਆਖਿਆ ਵੀ ਉਸ ਪਿੰਡ ਵਿੱਚੋਂ ਲੈ ਕੇ ਆਓ ਝੋਟਾ। ਮਹਾਰਾਜ ਸਾਰੇ ਜਾਣਦੇ ਆ ਵੀ ਉਸ ਪਿੰਡ 'ਚ ਝੋਟਾ ਹੈਗਾ ਉਹ ਤਕੜਾ। ਉਹ ਜਿਹੜਾ ਝੋਟਾ ਸੀ ਉਹ ਬੜਾ ਬਲੀ ਸੀ ਤਕੜਾ ਸੀ ਤੇ ਮਾਰਨ ਵਾਲਾ ਵੀ ਸੀ ਕਿਉਂਕਿ ਕਈ ਹੁੰਦੇ ਪਸ਼ੂ ਉਹਨਾਂ ਨੂੰ ਆਦਤ ਹੁੰਦੀ ਮਾਰਨ ਦੀ। ਕਈ ਮੱਝਾਂ ਮਾਰਦੀਆਂ ਕਈ ਗਾਵਾਂ ਵੀ ਮਾਰਦੀਆਂ। ਪਸ਼ੂ ਰੱਖਣ ਵਾਲਿਆਂ ਨੂੰ ਪਤਾ ਹੀ ਆ ਆਪਾਂ ਨੂੰ ਪਿੰਡਾਂ ਵਾਲੇ ਤੇ ਝੋਟੇ ਵੀ ਕਈ ਮਾਰਦੇ ਹੁੰਦੇ ਨੇੜੇ ਨਹੀਂ ਆਉਣ ਦਿੰਦੇ। ਉਹ ਭੂਰੇ ਰੰਗ ਦਾ ਝੋਟਾ ਸੀ ਤੇ ਹੈ ਵੀ ਤਾਕਤਵਰ ਸੀ ਬਲੀ ਸੀ ਮਾਲੀ ਰੱਖਿਆ ਹੋਇਆ ਸੀ ਉਹਨਾਂ ਤੇ ਉਹ ਜਦੋਂ ਇਹ ਝੋਟੇ ਤਗੜੇ ਹੋ ਜਾਂਦੇ ਫਿਰ ਬੜੇ ਭਿੜਦੇ ਵੀ ਆਪਸ ਵਿੱਚ। ਸੰਡੇ ਦਾ ਵੈਰ ਹੁੰਦਾ ਨਾ ਤਾਂ ਉਹ ਇਸ ਤਰੀਕੇ ਦੇ ਨਾਲ ਉਹ ਬੜਾ ਬਲੀ ਸੀ ਤੇ ਮਾਰਨ ਦੀ ਆਦਤ ਸੀ ਉਹਨੂੰ। ਉਹ ਮਾਰਦਾ ਸੀ ਜਿਹੜਾ ਉਹਦੇ ਨੇੜੇ ਜਾਂਦਾ ਸੀ। ਉਹ ਨਗਰ ਵਾਲਿਆਂ ਨੂੰ ਤੇ ਦੁੱਖਦਾਈ ਸੀ ਉਹ ਝੋਟਾ। ਭਾਵੇਂ ਝੋਟਾ ਹੋਵੇ ਤੇ ਭਾਵੇਂ ਸਾਂਢ ਹੋਵੇ ਜਿਹੜਾ ਮਾਰਨ ਵਾਲਾ ਹੋਵੇ ਨਾ ਤੇ ਉਹਨੂੰ ਫਿਰ ਇਸ ਤਰ੍ਹਾਂ ਕਰਦੇ ਪਿੰਡਾਂ ਵਾਲੇ ਲੋਕ ਵੀ ਉਹਨੂੰ ਬੰਨ ਬੁੰਨ ਕੇ ਤੇ ਪਾਸੇ ਛੱਡ ਆਉਂਦੇ ਕਿਤੇ ਮਾਰਨ ਵਾਲੇ ਪਸ਼ੂ ਦੂਜੇ ਪਿੰਡ 'ਚ ਨੇਰੇ ਨੂਰੇ ਲਾ ਆਉਂਦੇ ਜਾ ਕੇ। ਤੋ ਇਸ ਤਰੀਕੇ ਦੇ ਨਾਲ ਉਹ ਸਾਰੇ ਪਿੰਡ ਵਾਲਿਆਂ ਨੂੰ ਦੁੱਖ ਦਿੰਦਾ ਸੀ ਉਹ ਝੋਟਾ। ਜੱਟਾਂ ਨੂੰ ਦੁਖੀ ਕਰਦਾ ਸੀ ਕਿਉਂਕਿ ਉਹ ਮਾਰਨ ਵਾਲਾ ਸੀ। ਉਹਦੇ ਤੋਂ ਸਾਰੇ ਬਚ ਕੇ ਰਹਿੰਦੇ ਸਨ।
ਬਦਲੀ ਤਾਈ ਦਾ ਕਾਹੂ ਖਸਮਤਾ ਉਹ ਕਹਿੰਦੇ ਕਿ ਬੇਰੀ ਦੇ ਰੁੱਖ ਦੇ ਥੱਲੇ ਖਲੋਤਾ ਹੋਇਆ ਸੀ ਉਸ ਮੌਕੇ ਤੇ ਜਦੋਂ ਪੰਜੇ ਸਿੰਘ ਲੈਣ ਵਾਸਤੇ ਗਏ ਆ, ਤੇ ਬੇਰੀ ਦੇ ਰੁੱਖ ਦੇ ਨਾਲ ਉਹ ਰੱਜਿਆ ਪੁੱਜਿਆ ਖਹਿ ਰਿਹਾ ਸੀ। ਉਹ ਖਹਿ ਰਿਹਾ ਸੀ ਬੇਰੀ ਦੇ ਰੁੱਖ ਦੇ ਨਾਲ। ਜਿਸ ਵੇਖੇ ਦੇ ਭੈ ਭਜੰਤਾ ਉਹ ਝੋਟੇ ਨੂੰ ਵੇਖਦਿਆਂ ਹੀ ਭੈ ਪੈਦਾ ਹੁੰਦਾ ਸੀ, ਡਰ ਲੱਗਦਾ ਸੀ ਉਹਨੂੰ ਵੇਖਦਿਆਂ। ਮਤੇ ਮਤਾਏ ਸਭਨਾ ਮਨ ਜਾਣਾ ਜਦੋਂ ਇਹਨਾਂ ਸਿੰਘਾਂ ਨੇ ਜਾ ਕੇ ਬੇਨਤੀ ਕੀਤੀ ਨਾ ਨਗਰ ਵਾਲਿਆਂ ਨੂੰ, ਜ਼ਿਮੀਂਦਾਰਾਂ ਨੂੰ, ਤੇ ਉਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਆਪਣੇ ਮਨ ਵਿੱਚ ਜਾਣਿਆ ਸਿੰਘਨ ਸੰਗ ਹਸ ਖਾਨਾ ਕਿ ਇਹਨਾਂ ਸਿੰਘਾਂ ਨਾਲ ਹੁਣ ਆਪਾਂ ਮਖੌਲ ਕਰੀਏ ਤੇ ਤਮਾਸ਼ਾ ਵੇਖੀਏ ਕਿ ਆਪਣੇ ਪਿੰਡ 'ਚ ਝੋਟਾ ਜਿਹੜਾ ਭੂਰੇ ਜਿਹੇ ਰੰਗ ਦਾ ਮਾਲੀ ਆ ਕਿ ਉਹ ਤਾਂ ਮਾਰਦਾ ਬੜਾ ਵਾ, ਤੇ ਆਪਾਂ ਇਹਨਾਂ ਨੂੰ ਕਹਿ ਦਿੰਦੇ ਆ ਕਿ ਲੈ ਜਾਓ ਤੁਸੀਂ, ਤੇ ਉਹਨੇ ਨੇੜੇ ਨਹੀਂ ਆਉਣ ਦੇਣਾ। ਵੇਖੀ ਇਹਨਾਂ ਨੂੰ ਕਿਵੇਂ ਟੱਕਰਾ ਮਾਰਦਾ, ਤੇ ਉਹਨੇ ਸਿੰਘ ਲਾ ਲੈਣੇ ਅੱਗੇ ਤੇ ਇਹਨਾਂ ਨੂੰ ਮਾਰਨ ਪੈ ਜਾਣਾ, ਤੇ ਆਪਾਂ ਵੇਖਾਂਗੇ ਤਮਾਸ਼ਾ। ਉਹ ਨਗਰ ਵਾਲੇ ਜ਼ਿਮੀਂਦਾਰਾਂ ਨੇ ਆਖਿਆ ਵੀ ਆਪਾਂ ਸਿੰਘਾਂ ਦੇ ਨਾਲ ਇਸ ਤਰ੍ਹਾਂ ਮਖੌਲ ਜਿਹਾ ਕਰੀਏ, ਹਾਸਾ ਜਿਹਾ ਕਰੀਏ। ਜਦ ਛੇੜ ਕੇ ਬਲਦੇ ਮਾਰੇ ਜਦੋਂ ਇਹ ਜਾ ਕੇ ਛੇੜਨ ਲੱਗਣਗੇ ਵੀ ਉਸ ਝੋਟੇ ਨੂੰ ਖੋਲਣਗੇ, ਤੇ ਉਹਨੇ ਫਿਰ ਆਪਣੇ ਜ਼ੋਰ ਨਾਲ ਇਹਨਾਂ ਨੂੰ ਮਾਰਨਾ ਹੈ। ਇਹ ਦੋਜ ਭਾਜੈ ਸੰਗ ਵਧਾਰੇ ਫਿਰ ਇਹ ਜਿਹੜੇ ਝੋਟਾ ਲੈਣ ਆਏ ਆ ਪੰਜ ਸਿੰਘ, ਇਹਨਾਂ ਨੇ ਇੱਧਰ ਉੱਧਰ ਭੱਜ ਜਾਣਾ, ਝੋਟੇ ਦੇ ਅੱਗੇ ਲੱਗ ਕੇ ਉਹਨੇ ਮਗਰ ਲੱਗਣਾ, ਟੱਕਰਾਂ ਮਾਰਨੀਆਂ। ਖਰੇ ਤਮਾਸ਼ਾ ਦੇਖਣਗੇ ਹਾਂ ਕਹਿੰਦੇ ਆਪਾਂ ਇੱਥੇ ਖਲੋਤੇ ਖਲੋਤੇ ਇਹਨਾਂ ਸਿੰਘਾਂ ਦਾ ਤਮਾਸ਼ਾ ਵੇਖਾਂਗੇ ਕਿ ਕਿਵੇਂ ਭੱਜਦੇ ਆ। ਸਿੰਘਨ ਸੰਗ ਤਬ ਕਹਾ ਉਸ ਵੇਲੇ ਜ਼ਿਮੀਂਦਾਰਾਂ ਨੇ ਸਿੰਘਾਂ ਦੇ ਨਾਲ ਉੱਚੀ ਆਵਾਜ਼ ਵਿੱਚ ਆਖਿਆ, ਉਹ ਤਾਂ ਜਗ ਬਦਲੀ ਕਰ ਕਰੇ ਕਹਿੰਦੇ ਸਿੰਘੋ ਤੁਸੀਂ ਝੋਟਾ ਲੈਣ ਆਏ ਹੋ ਨਾ, ਉਹ ਸਾਹਮਣੇ ਵੇਖੋ, ਉਹ ਬੇਰੀ ਦੇ ਦਰਖਤ ਥੱਲੇ ਖਲੋਤਾ ਜੇ, ਖਰੋ ਮਹਿਕ ਆਗੇ ਕਰੇ ਉਹ ਸਾਹਮਣੇ ਖਲੋਤਾ ਜੇ, ਬੇਰੀ ਦੇ ਦਰਖਤ ਥੱਲੇ ਲੈ ਲਓ ਤੇ ਉਹਨੂੰ ਲਾ ਕੇ ਅੱਗੇ ਲੈ ਜਾਓ। ਸ੍ਰੀ ਗੁਰੂ ਨਾਮ ਰਖਿ ਭਲਾ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਤੇ ਅਸੀਂ ਥੋੜਾ ਫਿਰ ਰੱਖ ਸਕਦੇ ਹਾਂ ਝੋਟਾ, ਮਹਾਰਾਜ ਦਾ ਬਚਨ ਥੋੜਾ ਅਸੀਂ ਮੋੜ ਸਕਦੇ ਹਾਂ। ਤੋਂ ਇੰਜ ਕਹਿੰਦੇ ਸਿੰਘਾਂ ਨੂੰ, ਵਿੱਚੋਂ ਸੇ ਵੀ ਆਪਾਂ ਵੇਖਦੇ ਆ ਵੀ ਕਿਵੇਂ ਅੱਗੇ ਲੱਗ ਕੇ ਭਜਦੇ, ਕਿਵੇਂ ਮਾਰਦਾ ਇਹਨਾਂ ਨੂੰ ਝੋਟਾ। ਕਹਿੰਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਮੰਗਣ ਤੇ ਅਸੀਂ ਥੋੜਾ ਫਿਰ ਰੱਖ ਸਕਦੇ ਹਾਂ। ਕਹੇ ਹਾਸ ਕਰਨੇ ਬੁਲਾਖਿਆ ਮੁੱਖ ਤੋਂ ਇਸ ਤਰ੍ਹਾਂ ਕਿਹਾ ਤੇ ਅੰਦਰ ਇਹ ਭਾਵਨਾ ਵੀ ਆਪਾਂ ਹੱਸਾਂਗੇ ਜਦੋਂ ਇਹ ਭਜਣਗੇ ਅੱਗੇ ਲੱਗ ਕੇ, ਇਸ ਤਰ੍ਹਾਂ ਦੀ ਭੁਲਾਖਾ ਰੱਖੀ ਹੈ। ਸੁਣ ਕਰ ਮਨ ਕੋ ਸਿੰਘ ਸਦਾਰੇ ਇਹਨਾਂ ਜ਼ਿਮੀਂਦਾਰਾਂ ਤੋਂ ਸੁਣ ਕਰਕੇ ਫਿਰ ਉਸ ਝੋਟੇ ਵੱਲ ਨੂੰ ਪੰਜੇ ਸਿੰਘ ਗਏ, ਬਲੀ ਮਹਿਕ ਕਰਮ ਬਗਾਇਆ ਜਿੱਥੇ ਉਹ ਬੇਰੀ ਦੇ ਦਰਖਤ ਥੱਲੇ ਖਲੋਤਾ ਸੀ ਨਾ, ਬੜਾ ਤਕੜਾ ਪਲਿਆ ਹੋਇਆ ਬਹੁਤ ਮੋਟਾ ਝੋਟਾ। ਕਹਿਓ ਜੈ ਤੋਰੇ ਤੁਲਾਇਓ ਗੁਰ ਤੋਹੇ ਬੁਲਾਇਓ। ਸਿੰਘਾਂ ਨੇ ਜਾ ਕੇ ਆਖਿਆ ਕਿ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁਲਾਇਆ। ਝੋਟਿਆ, ਬਠਿੰਡੇ ਦੇ ਕਿਲੇ 'ਚ 10ਵੇਂ ਪਾਤਸ਼ਾਹ ਬੈਠੇ ਆ ਤੇ ਤੈਨੂੰ ਉੱਥੇ ਬੁਲਾਇਆ ਹੈ। ਚੱਲ ਆਗੇ ਬਲ ਦੇ ਮਨ ਭਾਇਓ ਸਾਡੇ ਅੱਗੇ ਲੱਗ ਕੇ ਚੱਲ ਤੇ 10ਵੇਂ ਪਾਤਸ਼ਾਹ ਨੇ ਤੇਰੀ ਦੇਣੀ ਆ ਬਲੀ ਉੱਥੇ, ਤੇ ਚੱਲ ਤੇਰੀ ਕਲਿਆਣ ਹੋ ਜਾਵੇਗੀ। ਸੋਨ ਗੁਰੂ ਨਾਮ ਮਹਿ ਚੱਲ ਕਰਿਓ ਜਦੋਂ ਸਿੰਘਾਂ ਨੇ ਗੁਰੂ ਸਾਹਿਬ ਦਾ ਨਾਮ ਹੀ ਲਿਆ ਨਾ, ਤੇ ਝੋਟਾ ਅੱਗੇ ਲੱਗ ਕੇ ਤੁਰ ਪਿਆ। ਜਿਹੜਾ ਪਿੰਡ ਵਾਲੇ ਨੂੰ ਲਾਗੇ ਨਹੀਂ ਸੀ ਲੱਗਣ ਦਿੰਦਾ, ਮਾਰਦਾ ਸੀ ਸਾਰਿਆਂ ਨੂੰ। ਇਹ ਪ੍ਰਤੱਖ ਕਲਾ ਵਰਤੀਆਂ ਗੁਰੂ ਸਾਹਿਬਾਂ ਦੀਆਂ ਥਾਂ ਥਾਂ ਤੇ। ਕਈ ਵਾਰੀ ਇਹ ਪੰਜਾਂ ਸਿੰਘਾਂ ਨੂੰ ਮਹਾਰਾਜ ਨੇ ਭੇਜਿਆ, ਤੇ ਪੰਜਾਂ ਸਿੰਘਾਂ ਦੀ ਵਡਿਆਈ ਵੀ ਬੜੀ ਵੱਡੀ ਰੱਖੀ ਮਹਾਰਾਜ ਨੇ ਪੰਥ ਵਿੱਚ। ਤਾਂ ਉਸ ਮੌਕੇ ਦੇ ਉੱਤੇ ਕਹਿਣ ਲੱਗੇ ਕਿ ਅੱਗੇ ਲੱਗ ਕੇ ਚੱਲ, ਤੇ ਜਦੋਂ ਗੁਰੂ ਸਾਹਿਬ ਦਾ ਨਾਮ ਸੁਣਿਆ ਤੇ ਤੁਰ ਪਿਆ। ਉਸੇ ਵੇਲੇ ਝੋਟਾ ਬਲੀ ਮੇ ਬਾਦ ਸਭ ਬਾਤ ਕਰਮਕ ਕਰਿਓ ਹੈ ਤੇ ਸੀ ਇਹ ਬਲੀ, ਪਰ ਹੁਣ ਇਸ ਤਰ੍ਹਾਂ ਅੱਗੇ ਲੱਗ ਕੇ ਤੁਰ ਪਿਆ ਜਿਵੇਂ ਨਿਰਬਲ ਹੋਵੇ, ਜਿਵੇਂ ਕਮਜ਼ੋਰ ਜਿਹਾ ਹੋਵੇ। ਸਿੰਘਾਂ ਦੇ ਅੱਗੇ ਹੀ ਤੁਰਿਆ ਜਾਂਦਾ ਤੇ ਸਿੰਘ ਪਿੱਛੋਂ ਇਹਨੂੰ ਲਈ ਜਾਂਦੇ ਤੋਰਦੇ ਹੋਏ। ਸਮੇਂ ਸਮੇਂ ਚੱਲ ਜਾਤ ਲਗਾਈ ਇਸ ਤਰ੍ਹਾਂ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ, ਸਿੰਘ ਪਿੱਛੋਂ ਇਹਨੂੰ ਤੋਰੀ ਜਾਂਦੇ ਹਨ। ਫਿਰ ਪੰਜ ਸਿੰਘ ਚੱਲੇ ਪਿਛਾਦੀ ਇਹ ਹੌਲੀ ਹੌਲੀ ਅੱਗੇ ਜਾ ਰਿਹਾ, ਸਿੰਘ ਪੰਜੇ ਪਿੱਛੇ ਜਾ ਰਹੇ ਇਸ ਝੋਟੇ ਦੇ। ਰਾਹ ਕੋ ਖੇਡ ਤੋਂ ਜਰਾਨੇ ਜਿਹੜੇ ਕਹਿੰਦੇ ਸੀ ਤਮਾਸ਼ਾ ਵੇਖਾਂਗੇ ਕਿਵੇਂ ਭੱਜਦੇ ਸਿੰਘ, ਉਹ ਹੈਰਾਨ ਹੋ ਗਏ ਸਾਰੇ ਜ਼ਿਮੀਂਦਾਰ। ਉਹ ਜੱਟ ਜ਼ਿਮੀਂਦਾਰ ਹੈਰਾਨ ਹੋ ਗਏ ਕਿ ਇਹ ਤਾਂ ਅੱਗੇ ਲੱਗ ਕੇ ਤੁਰ ਪਿਆ ਝੋਟਾ।
ਕਲਾਵਾਨ ਸਤਿਗੁਰੂ ਪਛਾਨੈ। ਫਿਰ ਉਹ ਨਗਰ ਵਾਲਿਆਂ ਬੰਗੇਹਰ ਪਿੰਡ ਵਾਲਿਆਂ ਨੇ ਜਾਣਿਆ ਵੀ ਗੁਰੂ ਗੋਬਿੰਦ ਸਿੰਘ ਜੀ ਕਲਾਵਾਲ ਸਤਿਗੁਰੂ ਆ, ਮਹਾਨ ਸ਼ਕਤੀਸ਼ਾਲੀ। ਪਛਤਾਪ ਕਰਦੇ ਰਹੇ। ਫਿਰ ਪਛਤਾਪ ਕਰਦੇ ਰਹੇ ਕਿ ਸਾਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਹੱਸਦੇ ਨੂੰ ਕਿਉਂ ਕਹੇ। ਕਿ ਅਸੀਂ ਇਸ ਤਰ੍ਹਾਂ ਕਿਉਂ ਕੀਤਾ, ਵੀ ਆਪਾਂ ਹੱਸਾਂਗੇ, ਇਹ ਮਖੌਲਜੇ ਦੇ ਤਰੀਕੇ ਨਾਲ ਆਪਾਂ ਕਿਉਂ ਬੋਲੇ। ਬੋਝ ਉਠਾਵਤ ਮੁਕਤ ਗਏ। ਉਹ ਝੋਟਾ ਆਪਣਾ ਮੂੰਹ ਉੱਚਾ ਚੁੱਕ ਕਰਕੇ ਗਿਆ। ਮਹਿਲ ਦੇ ਸਾਨੂੰ ਭਇ। ਸਤਿਗੁਰੂ ਜੀ ਦੇ ਸਨਮੁਖ ਹੋ ਗਿਆ, ਕਿਲੇ ਵਿੱਚ ਲੈ ਗਏ 5 ਸਿੰਘ ਉਹਦੇ ਪਿੱਛੇ ਪਿੱਛੇ ਜਾ ਕੇ। ਉਸ ਸਿੰਘ ਬਰਾਬਰ ਵਿੱਚ ਦੁਰਗ ਸੁਧਾਰੇ। ਤਾਂ ਫਿਰ ਸਤਿਗੁਰੂ ਜੀ ਵੀ ਆਪਣੇ ਪੰਗੇ ਤੋਂ ਉੱਠੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਿਲੇ ਵੱਲ ਨੂੰ ਗਏ ਹਨ। ਅਜ ਕੋ ਤਨ ਕਰੋ ਦ੍ਰਿੜ ਭਾਰੇ। ਤੇ ਜੋ ਕਿਲੇ ਦਾ ਉੱਚਾ ਥਾਂ ਹੈ ਨਾ, ਉੱਚੇ ਥਾਂ ਦੇ ਉੱਤੇ ਝੋਟੇ ਨੂੰ ਵੀ ਲੈ ਗਏ ਆ, ਤੇ ਦਸ਼ਮੇਸ਼ ਪਾਤਸ਼ਾਹ ਆਪ ਵੀ ਉੱਤੇ ਚਲੇ ਗਏ ਹਨ। ਸਨੇ ਸਨੇ ਚੜ ਸਿਰ ਸਿਧਾਰੇ। ਹੌਲੀ ਹੌਲੀ ਚੜ ਕੇ ਕਿਲੇ ਦੀ ਸਿਖਰ ਤੇ ਚਲੇ ਗਏ। ਪਿਛੇ ਗਮਣੇ ਸੰਗ ਦਸਾਰੇ। ਸਾਰੇ ਗੁਰੂ ਕੇ ਸਿੰਘ ਵੀ ਪਿੱਛੇ ਪਿੱਛੇ ਕਿਲੇ ਵਿੱਚ ਚਲੇ ਗਏ। ਉੱਪਰ ਸੰਗ ਮਹਿ ਖੜੀ ਗਏ। ਇਹ ਝੋਟਾ ਵੀ ਉੱਤੇ ਨਾਲ ਚਲੇ ਗਿਆ ਹੈ ਸਿਖਰ ਤੇ। ਸਭ ਮੈਂ ਭੀੜ ਘਰ ਚਰ ਪਏ। ਸਾਰਿਆਂ ਸਿੰਘਾਂ ਦੇ ਵਿੱਚ ਧੀਰਜਿਆ ਰੱਖ ਕੇ ਝੋਟਾ ਵੀ ਖਲੋਤਾ ਹੋਇਆ ਹੈ। ਮੈਂ ਨਾਨਕ ਸਿੰਘ ਕੇ ਦੇਸ਼ ਹੀਰਾ। ਜਿਹੜਾ ਸੰਤੋਖੀ ਸਿੰਘ ਪਿੱਛੇ ਵੀ ਜਿਸ ਵੇਲੇ ਸਿੰਘਾਂ ਨੂੰ ਇੱਕ ਪਿੰਡ ਵਿੱਚ ਭੇਜਿਆ ਸੀ ਨਾ ਪ੍ਰਸ਼ਾਦੇ ਛਕਣ ਵਾਸਤੇ, ਇੱਕ ਗਰੀਬ ਜਿਹਾ ਸਿੱਖ ਸੀ ਜਿਹਦੇ ਘਰ ਵਿੱਚ ਕੁਝ ਨਹੀਂ ਸੀ ਛਕਾਉਣ ਵਾਸਤੇ, ਉਸ ਘਰੇ ਭਾਈ ਮਿਲਾਗਰ ਸਿੰਘ ਗਿਆ ਸੀ ਤੇ ਉਸਨੇ ਪੀਲੂ ਸੁੱਕੇ ਕਈਆਂ ਦਿਨਾਂ ਦੇ ਪਾਣੀ 'ਚ ਭਿਉਂ ਕੇ ਇਸ ਸਿੰਘ ਨੂੰ ਛਕਾਏ ਸੀ। ਮਹਾਰਾਜ ਨੇ ਬੜੀ ਖੁਸ਼ੀ ਕੀਤੀ ਸੀ ਭਾਈ ਮਿਲਾਗਰ ਸਿੰਘ ਦੀ, ਉਸੇ ਸਿੰਘ ਦਾ ਨਾਮ ਆਇਆ ਇੱਥੇ। ਭਾਈ ਮਿਲਾਗਰ ਸਿੰਘ ਦੇ ਵੱਲ ਮਹਾਰਾਜ ਸਾਹਿਬ ਜੀ ਨੇ ਤੱਕਿਆ ਹੈ। ਸ੍ਰੀ ਪ੍ਰਭੂ ਹੁਕਮ ਕਰਿਓ ਸੁਣਿਆ। ਭਾਈ ਮਿਲਾਗਰ ਸਿੰਘ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ। ਕਰ ਕਿਆ ਕਹਾ ਬਨ ਜਨ ਜਨਾਈ। ਮਹਾਰਾਜ ਕਹਿੰਦੇ ਭਾਈ ਮਿਲਾਗਰ ਸਿੰਘ ਵੀ ਆ ਝੋਟੇ ਨੂੰ ਝਟਕਾ ਦੇ ਹੁਣ ਤੂੰ, ਇੱਕੇ ਵਾਰ ਦੇ ਨਾਲ ਇਹਦਾ ਸਿਰ ਧੜ ਤੋਂ ਵੱਖਰਾ ਕਰ ਦੇ। ਬਹੁਤ ਨਿਵਾਸ ਧੀਰ ਉਠਾਈ। ਫਿਰ ਪਹਿਲਾਂ ਇਹ ਝੋਟੇ ਦਾ ਝਟਕਾ ਕਰ ਦੇ ਤੂੰ, ਤੇ ਫਿਰ ਇੱਥੇ ਜਿੰਨੇ ਆ ਦੇਵ ਆ ਨਾ, ਇਹ ਦੇ ਕਾਣਾ ਦੇ ਤੇ ਹੋਰ ਭੂਤ ਪ੍ਰੇਤ ਆ ਕਿਲੇ ਦੇ ਵਿੱਚ, ਉਹਨਾਂ ਸਾਰਿਆਂ ਨੂੰ ਫਿਰ ਕੱਢਾਂਗੇ ਇੱਥੋਂ। ਮੈਂ ਲਾਗਰ ਸਿੰਘ ਸੰਗਤ ਕਾਲਾ। ਭਾਈ ਮਿਲਾਗਰ ਸਿੰਘ ਨੇ ਦਸ਼ਮੇਸ਼ ਪਾਤਸ਼ਾਹੀ ਦਾ ਬਚਨ ਸੁਣ ਕੇ ਉਸੇ ਵੇਲੇ ਐਂਜ ਨਗਾਰਿਓ ਖੜਕ ਕਰਲਾ। ਬੜੀ ਭਿਆਨਕ ਜਿਹੜੀ ਖੜਕ ਹੈ ਨਾ ਤਿੱਖੀ, ਆਪਣੇ ਗਾਤਰੇ ਪਹਿਨੀ ਹੋਈ ਉਹਨੂੰ ਕੱਢ ਲਿਆ, ਬੇਮਿਆਨੀ ਕਰ ਲਿਆ ਹੈ। ਬਲ ਤੇ ਸਰਕਾਰ ਕਰਾਇਓ। ਤੇ ਮਹਾਰਾਜ ਸਾਹਿਬ ਦੀ ਆਗਿਆ ਦੇ ਨਾਲ ਬਲ ਦੇ ਨਾਲ ਆਪਣੀ ਖੜਗ ਦਾ ਐਸਾ ਭਰਵਾਂ ਵਾਰ ਉਸ ਝੋਟੇ ਤੇ ਕੀਤਾ। ਸੀਸ ਅਜਾਨ ਨਹਿ ਕੋ ਲਾਇਓ। ਤਾਂ ਬਹੁਤ ਛੇਤੀ ਦੇ ਨਾਲ ਉਸ ਝੋਟੇ ਦਾ ਸੀਸ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ, ਇੱਕੇ ਵਾਰ ਦੇ ਨਾਲ ਹੀ ਲਾ ਦਿੱਤਾ ਹੈ। ਆਇਓ ਮੇਰਨ ਉੱਪਰ ਭਾਰੀ। ਤੋ ਇਸ ਪ੍ਰਕਾਰ ਜਾਣੋ ਕਿ ਜਿਵੇਂ ਉਸ ਝੋਟੇ ਨੂੰ, ਉਸ ਸੰਡੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਇਸ ਤਰੀਕੇ ਦੇ ਨਾਲ ਇੱਕੇ ਝਟਕੇ ਦੇ ਨਾਲ ਜਿਹੜਾ ਸੀਸ ਵਾ ਉਹ ਧੜ ਤੋਂ ਵੱਖਰਾ ਕਰ ਦਿੱਤਾ। ਪਰਿਓ ਮਨੇਰਨ ਉੱਪਰ ਭਾਰੀ, ਉੱਚੇ ਜਿਹੜਾ ਮਨੇਰਾ ਸੀ ਨਾ, ਉੱਚੀ ਭਾਰੀ ਉੱਚੀ ਥਾਂ ਦੇ ਉੱਤੇ ਬਨੇਰਾ, ਉਸ ਥਾਂ ਦੇ ਉੱਤੇ ਇਹ ਝੋਟਾ ਪਿਆ ਹੈ। ਦੀਏ ਪ੍ਰਾਣ ਸੰਤੁ ਅਗਾਰੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਇਸ ਝੋਟੇ ਨੇ ਪ੍ਰਾਣ ਤਿਆਗ ਦਿੱਤੇ। ਮਰਨ ਸੁਧਾਰ ਆਪਣਾ ਲੇਖੇ। ਆਪਣਾ ਮਰਨਾ ਸੁਧਾਰ ਲਿਆ ਭਲੀ ਪ੍ਰਕਾਰ। ਸਤਿਗੁਰੂ ਜੀ ਨੇ ਇਹਦੀ ਵੀ ਕਲਿਆਣ ਕਰ ਦਿੱਤੀ। ਮਹਾਰਾਜ ਸਾਹਿਬ ਜੀ ਨੇ ਥਾਵਾਂ ਥਾਵਾਂ ਤੇ ਸ਼ਿਕਾਰ ਖੇਲੇ ਆ, ਜੰਗਲਾਂ ਦੇ ਵਿੱਚ ਵੀ, ਉੱਥੇ ਵੀ ਜੀਵਾਂ ਦੀ ਕਲਿਆਣ ਕੀਤੀ, ਤੇ ਇੱਥੇ ਇਸ ਝੋਟੇ ਦੀ ਵੀ ਕਲਿਆਣ ਕੀਤੀ ਮਹਾਰਾਜ ਸਾਹਿਬ ਜੀ ਨੇ। ਗਰੀਬ ਨਵਾਜ ਸਾਹਿਬ ਨੇ ਬਠਿੰਡੇ ਦੇ ਕਿਲੇ ਦੇ ਵਿੱਚ ਇਹਨੇ ਮਰਨਾ ਆਪਣਾ ਸੁਧਾਰ ਲਿਆ ਭਲੀ ਪ੍ਰਕਾਰ। ਸਭ ਇਹਨਾਂ ਮੈਂ ਤਾਂ ਕਹਿ ਉੱਚੇ ਦੇ। ਫਿਰ ਸਾਰਿਆਂ ਦੇ ਵਿੱਚ ਉੱਚੀ ਆਵਾਜ਼ ਨਾਲ ਸਾਰੇ ਸਿੰਘਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ। ਮੈਂ ਕੁਮਰੇ ਕੋਈ ਬਰੇ ਕਰਾਵੇ। ਕਿਉਂਕਿ ਉੱਚੀ ਥਾਂ ਤੇ ਉੱਤੇ ਜਾ ਕੇ ਇਹਦਾ ਸਿਰ ਲਾਇਆ ਸੀ ਨਾ ਕਿਲੇ ਦੇ, ਤਾਂ ਤੇ ਹੁਣ ਮਹਾਰਾਜ ਕਹਿੰਦੇ ਆ ਮਰੇ ਹੋਏ ਝੋਟੇ ਦੇ ਧੜ ਨੂੰ ਕੋਈ ਥੱਲੇ ਸੁੱਟੇ। ਬਲੀ ਮੇਜ ਦੁਜੇ ਨਾ ਕਰਵਾਵੇ। ਇੱਕੋ ਮਹਾਰਾਜ ਕਹਿੰਦੇ ਸਿੰਘ ਜਿਹੜਾ ਬਲੀ ਆ ਇੱਕੋ ਸੁੱਟੇ ਥੱਲੇ, ਇੱਕੋ ਜਾਣਾ ਹੈ, ਦੂਜੇ ਸਿੰਘ ਦਾ ਹੱਥ ਨਹੀਂ ਲੱਗਣਾ ਚਾਹੀਦਾ ਨਾ, ਇੱਕੋ ਜਾਣਾ ਇਹਦੇ ਧੜ ਨੂੰ ਇਹ ਬਨੇਰੇ ਤੋਂ ਥੱਲੇ ਸੁੱਟੇ। ਸੁਣ ਪੁੱਛਣ ਸਾਖ ਹੋਈ। ਇਹ ਬਚਨ ਸੁਣ ਕੇ ਸਾਰੇ ਚੁੱਪ ਕਰ ਗਏ। ਝੋਟਾ ਭਾਰਾ ਵੀ ਕਿੱਡਾ ਹੈ,
ਤੇ ਕੱਲੇ ਜਾਣੇ ਨੇ ਸੁੱਟਣਾ ਉਲਟਾ ਕੇ ਥੱਲੇ। ਕੱਲੇ ਜਾਣੇ ਤੋਂ ਕਿੱਥੇ ਚੁੱਕਿਆ ਜਾਣਾ? ਭਾਰੀ ਝੋਟਾ ਪਲਿਆ ਪਲਾਸਾ ਮਾਲੀ। ਤਾਂ ਉਸ ਵੇਲੇ ਸਾਰੇ ਚੁੱਪ ਕਰ ਗਏ। ਸਾਧ ਗੋਦੜੀਆ ਬੋਲੇ ਸੋਈ। ਉਹ ਜਿਹੜਾ ਸਾਧ ਸੀ ਨਾ ਭਾਈ ਗੋਦੜੀਆ, ਫਿਰ ਭਾਈ ਗੋਦੜੀਆ ਸਾਧੂ ਬੋਲਿਆ ਹੈ, ਹੁਕਮ ਹੋਏ ਤਾਂ ਕਿਸੇ ਜਨਾਬ। ਮਹਾਰਾਜ ਮੈਨੂੰ ਦਾਸ ਨੂੰ ਹੁਕਮ ਹੋਵੇ ਤੇ ਮੈਂ ਸੁੱਟਾਂ ਇਹਨੂੰ ਥੱਲੇ। ਮਹਾਰਾਜ ਮੈਨੂੰ ਹੁਕਮ ਹੋਵੇ, ਮੈਂ ਇਹ ਗੱਲ ਕੀ ਬਾਤ ਕਰਾਵਾਂ। ਮਹਾਰਾਜ ਆਪ ਜੀ ਦਾ ਦਾਸ ਮੈਂ ਇਕੱਲਾ ਹੀ ਆਪਣਾ ਬਲ ਵਿਖਾਵਾਂ। ਸ਼ਾਰਦ ਸਮਝੋ ਲਿਓ ਗੁਰਦਾਰੀ। ਮਹਾਰਾਜ ਨੇ ਇਸ਼ਾਰਾ ਹੀ ਕੀਤਾ ਵੀ ਚੱਲ ਸਾਧੂ ਗੋਦੜੀਆ ਤੂੰ ਸੁੱਟ ਦੇ। ਪੂਜ ਮਨੇ ਤੇ ਕੁਛ ਲਿਆ ਦੇ। ਤਾਂ ਉਸ ਮੌਕੇ ਦੇ ਉੱਤੇ ਮਹਾਰਾਜ ਦਾ ਇਸ਼ਾਰਾ ਸਮਝ ਕਰਕੇ ਇਹਨੇ ਫਿਰ ਕੱਲੇ ਨੇ ਹੀ ਉਹ ਝੋਟਾ ਜਿਹੜਾ ਸਾਧ ਸੰਗਤ ਜੀ ਚੁੱਕ ਲਿਆ, ਉੱਚੇ ਮਲੇਰੇ ਤੋਂ ਫਿਰ ਲਿਆ ਕਰਕੇ ਕਰੇ ਕਰਿਆ ਕੋ ਗੀਰਾ। ਉੱਤੋਂ ਕਿਲੇ ਤੋਂ ਵਗਾ ਕੇ ਦੂਰ ਸੁੱਟ ਦਿੱਤਾ ਸਾਧੂ ਗੋਦੜੀਏ ਨੇ। ਜਸ ਮਾਨੇ ਜਬ ਸਾਹਮਣੇ ਹੀਰਾ। ਜਦੋਂ ਸਾਰਿਆਂ ਨੇ ਵੇਖਿਆ ਨਾ ਵੀ ਚੁੱਕ ਕੇ ਝੋਟੇ ਨੂੰ ਕੱਲੇ ਸਾਧ ਨੇ ਥੱਲੇ ਸੁੱਟਿਆ ਕਿਲੇ ਦੇ ਵਿੱਚ ਉੱਤਲੇ ਪਾਸੇ ਬਨੇਰੇ ਤੋਂ, ਤੇ ਸਾਰੇ ਸਿੰਘ ਵੇਖ ਕੇ ਹੈਰਾਨ ਹੋ ਗਏ ਵੀ ਅਸੀਂ ਤੈਨੂੰ ਸਾਧ ਹੀ ਸਮਝਦੇ ਸੀ, ਏਡਾ ਬੜੀ ਇੰਨੀ ਤਾਕਤ ਇਹਦੇ ਸਰੀਰ ਵਿੱਚ। ਤੇ ਉਹ ਮਹਾਨ ਸਾਧ ਸੰਗਤ ਜੀ ਬਲ ਵਾਲਾ ਸਾਧੂ ਗੁਰੂ ਕਾ ਪਿਆਰਾ ਜਿਹੜਾ ਰੋਜ਼ 21 ਜਪਜੀ ਸਾਹਿਬ ਦੇ ਪਾਠਾਂ ਦਾ ਨਿਤਨੇਮ ਸੀ ਉਹਦਾ, ਤੇ ਗੁਰ ਮੰਤਰ ਤੇ ਮੂਲ ਮੰਤਰ ਦਾ ਬੇਅੰਤ ਅਭਿਆਸ, ਤੇ ਮਹਾਨ ਹੀ ਗੁਰੂ ਕੀ ਕਿਰਪਾ ਵਾਲਾ ਸੀ। ਸਾਰੇ ਵੇਖ ਕੇ ਹੈਰਾਨ ਹੋ ਗਏ। ਇਸ ਤੋਂ ਬਾਅਦ ਫਿਰ ਉਹ ਭੂਤ ਪ੍ਰੇਤ ਕਿਵੇਂ ਮਹਾਰਾਜ ਦੇ ਸਾਹਮਣੇ ਆਉਂਦੇ, ਉਹ ਕਾਣਾ ਦੇ ਸਾਹਮਣੇ ਆਉਂਦਾ, ਤੇ ਮਹਾਰਾਜ ਸਾਹਿਬ ਜੀ ਕਿਲੇ ਦੇ ਵਿੱਚ ਉਹਨਾਂ ਨੂੰ ਕੱਢਦੇ ਆ ਤੇ ਕਹਿੰਦੇ ਵੀ ਸਰਹੰਦ ਪਹੁੰਚ ਜਾਓ, ਗੁਰੂ ਮਾਰੀ ਸਰਹੰਦ ਦੇ ਵਿੱਚ ਉੱਥੇ ਜਾ ਕੇ ਵਾਸਾ ਕਰੋ। ਉਹ ਅਗਲੇ ਪ੍ਰਸੰਗ ਵਿੱਚ ਸਾਧ ਸੰਗਤ ਜੀ ਆਵੇਗਾ। ਸਤਿਗੁਰੂ ਸਾਹਿਬ ਨੇ ਇਹਨਾਂ ਭੂਤਾਂ ਪ੍ਰੇਤਾਂ ਨੂੰ ਉਸ ਬਠਿੰਡੇ ਦੇ ਕਿਲੇ ਦੇ ਵਿੱਚੋਂ ਕੱਢਿਆ ਤੇ ਫਿਰ ਬਚਨ ਕੀਤਾ ਵੀ ਇਹ ਇਲਾਕਾ ਜਿਹਨੂੰ ਜੰਗਲ ਦਾ ਇਲਾਕਾ ਕਿਹਾ ਜਾਂਦਾ ਹੈ ਨਾ, ਹੁਣ ਗੁਰੂ ਕਾ ਮਾਲਵਾ ਕਿਹਾ ਜਾਵੇਗਾ। ਇੱਥੇ ਬੇਅੰਤ ਅਨਾਜ ਪੈਦਾ ਹੋਵੇਗਾ, ਫਸਲਾਂ ਹੋਣਗੀਆਂ। ਤਾਂ ਬੇਅੰਤ ਥਾਵਾਂ ਤੇ ਮਹਾਰਾਜ ਇੱਧਰ ਜਾਂਦੇ ਜਾਂਦੇ ਕਈਆਂ ਪਿੰਡਾਂ ਵਿੱਚ ਇਹ ਬਚਨ ਕੀਤੇ ਗੁਰੂ ਸਾਹਿਬ ਨੇ। ਤਾਂ ਉਹ ਧਰਤੀ ਮਾਲਾ ਮਾਲ ਹੋ ਗਈ, ਗੁਰੂ ਕਾ ਮਾਲਵਾ ਹੋ ਗਿਆ। ਜੰਗਲ 'ਚ ਮੰਗਲ ਲਾਤੇ ਦਸਵੇਂ ਪਾਤਸ਼ਾਹ ਨੇ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਵੋ ਸੱਜਣੇ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਵੇ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧ ਗੋਪ ਮਹਾ ਭਿਆਨ ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ